ਗੁਰੂ ਬਾਲ ਸ੍ਰੀ ਹਰਿਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਗੁਰੂ ਨਮੋ ਚਰਨ ਅਰਵਿੰਦ। जिसमें अमृत ज्ञान है मानक भगत वैराग, गुरु ग्रंथ साहिब उदद बंधों कर अनुराग। कहाँ बुद्ध प्रभ तुच्छ हमारी, वर्ण से हो तुम कथा सुधारी। हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी। दोहरा आगे सतगुर की कथा, कहों जथा मत होए, तथा सुनो श्रोता निपुण मथा सार जोए। वाहिगुरु जी का खालसा वाहिगुरु जी की फतेह। परम सन्मान जो गुरु की साजी नवाजी हुई, गुरु रूप गुरु खालसा साध संगत जी, आप जी अत्यंत वडभागे हो जो वीकेंड के दीवान दे सतगुरु महाराज श्री गुरु ग्रंथ साहब जी के पवित्र पावन चरणों सुभाईमान हो के गुरबाणी का लाहा प्राप्त कर रहे हो। कलयुग में कीर्तन प्रधाना, गुरमुख जपीए लाए ध्याना। अज तक जिन्हें भी संसार च महापुरुष साधु संत ऋषि मुनि और गुरु महाराज ਅਤੇ ਗੁਰੂ ਮਹਾਰਾਜ ਦੇ ਬ੍ਰਹਮ ਗਿਆਨੀ ਗੁਰਸਿੱਖ ਹੋਏ ਹਨ, ਸਾਰਿਆਂ ਨੇ ਇਹ ਤਾਂ ਦੱਸਿਆ ਹੈ ਕਿ ਪਰਮਾਤਮਾ ਨੂੰ ਮਿਲਣ ਦਾ ਇੱਕੋ ਇੱਕ ਤਰੀਕਾ ਹੈ, ਧਿਆਨ ਲਾਇਆ ਜਾਵੇ। ਕਿਉਂਕਿ ਪਰਮਾਤਮਾ ਕਿਤੇ ਗੁਆਚਿਆ ਨਹੀਂ ਹੈ, ਅਸੀਂ ਗਵਾਚੇ ਹੋਏ ਹਾਂ। ਪਰਮਾਤਮਾ ਗੁੰਮਿਆ ਨਹੀਂ, ਅਸੀਂ ਗੁੰਮੇ ਹੋਏ ਹਾਂ। ਪਰਮਾਤਮਾ ਤਾਂ ਹਰ ਵੇਲੇ ਅੰਦਰ ਬੈਠਾ ਬੋਲ ਰਿਹਾ ਹੈ, ਦੇਖ ਰਿਹਾ ਹੈ, ਸੁਣ ਰਿਹਾ ਹੈ, ਸਾਡੇ ਨਾਲ ਹੈ। ਜਨਮ ਤੋਂ ਲੈ ਕੇ ਜਨਮ ਤੋਂ ਪਹਿਲਾਂ ਵੀ ਤੇ ਮਰਨ ਤੋਂ ਬਾਅਦ ਵੀ ਉਹ ਨਾਲ ਹੀ ਹੈ। ਐਸਾ ਕੋਈ ਸਮਾਂ ਨਹੀਂ ਕਿ ਵਾਹਿਗੁਰੂ ਸਾਡੇ ਤੋਂ ਦੂਰ ਹੋਇਆ ਹੋਵੇ। ਅਸੀਂ ਵਾਹਿਗੁਰੂ ਤੋਂ ਹਰ ਵੇਲੇ ਦੂਰ ਹੁੰਦੇ ਹਾਂ, ਕਿਉਂਕਿ ਸਾਡਾ ਧਿਆਨ ਉਹਨਾਂ ਚੀਜ਼ਾਂ ਵਿੱਚ ਚਲਾ ਜਾਂਦਾ ਹੈ ਜਿਹੜੀਆਂ ਚੀਜ਼ਾਂ ਸਦਾ ਰਹਿਣੀਆਂ ਨਹੀਂ। ਨਾ ਧੀਆਂ ਪੁੱਤਰਾਂ ਨੇ ਰਹਿਣਾ ਸਦਾ, ਨਾ ਮਾਂ ਪਿਓ ਸਦਾ ਰਹਿਣੇ, ਨਾ ਪਤਨੀ ਰਹਿਣੀ ਹੈ, ਨਾ ਇਹ ਸਰੀਰ ਸਦਾ ਰਹਿਣਾ ਹੈ, ਨਾ ਮਕਾਨ ਤੇ ਨਾ ਦੁਕਾਨ। ਜੋ ਕੁਛ ਵੀ ਦਿਸ ਰਿਹਾ ਹੈ ਉਹ ਸਾਰਾ ਬਦਲਣ ਵਾਲਾ ਹੈ। ਬਚਪਨ ਵਿੱਚ ਜਦੋਂ ਅਸੀਂ ਜਨਮ ਲਿਆ ਸੀ ਉਦੋਂ ਸਾਡੇ ਕੁਝ ਰਿਸ਼ਤੇਦਾਰ ਸਨ, ਨਾਨੀ ਨਾਨਾ ਸਾਡੇ ਨਾਲ ਬਚਪਨ ਸਕੂਲ 'ਚ ਪੜ੍ਹੇ ਸਨ, ਪਰ ਹੁਣ ਸਾਨੂੰ ਨਹੀਂ ਮਿਲਦੇ। ਕਈ ਐਸੇ ਸਨ ਮਿਲ ਕੇ ਵਿਛੜ ਗਏ ਹਨ, ਕਈ ਐਸੇ ਨੇ ਜਿਨ੍ਹਾਂ ਨੇ ਮਿਲ ਕੇ ਵਿਛੜ ਜਾਣਾ ਹੈ। ਇਸ ਕਰਕੇ ਜੋ ਕੁਛ ਵੀ ਸੰਸਾਰ ਦਾ ਹੈ ਉਹ ਸਾਥੋਂ ਮਿਲਦਾ ਵੀ ਹੈ ਅਤੇ ਵਿਛੜਦਾ ਵੀ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖਿਆ ਆਵੈ ਭਾਗ। ਪਰ ਇੱਕ ਚੀਜ਼ ਐਸੀ ਹੈ ਜਿਹੜੀ ਕਦੀ ਨਹੀਂ ਵਿਛੜੀ, ਉਹ ਹਮੇਸ਼ਾ ਨਾਲ ਹੈ। ਉਹ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਦੀ ਜੋਤ ਆਤਮਾ ਹੈ, ਜਿਹੜੀ ਇਸ ਸਰੀਰ ਦੇ ਵਿੱਚ ਹਮੇਸ਼ਾ ਹੀ ਹੈ। ਬਚਪਨ ਵਿੱਚ ਵੀ ਆਤਮਾ ਸੀ, ਜਵਾਨੀ ਵਿੱਚ ਵੀ ਆਤਮਾ ਸੀ, ਬੁਢੇਪੇ ਵਿੱਚ ਵੀ ਆਤਮਾ ਹੈ, ਪਿਛਲੇ ਜਨਮ ਵਿੱਚ ਵੀ ਆਤਮਾ ਸੀ ਅਤੇ ਆਉਣ ਵਾਲੇ ਜਨਮ ਵਿੱਚ ਵੀ ਆਤਮਾ ਰਹੇਗੀ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਸੱਚ ਨੂੰ ਪਾਉਣ ਦਾ ਇੱਕੋ ਇੱਕ ਤਰੀਕਾ ਹੈ, ਧਿਆਨ ਲਾਓ। ਧਿਆਨ ਲਾਉਣ ਵਾਸਤੇ ਬੜੀਆਂ ਵੱਖਰੀਆਂ ਵੱਖਰੀਆਂ ਪੱਧਤੀਆਂ ਹਨ। ਕੋਈ ਜੋਗੀ ਯੋਗ ਸਾਧਨਾ ਕਰਦੇ ਹਨ, ਕੋਈ ਤੰਤਰ ਸਾਧਨਾ ਕਰਦੇ ਹਨ, ਕੋਈ ਮੰਤਰ ਸਾਧਨਾ ਕਰਦੇ ਹਨ, ਕੋਈ ਪੁੱਠੇ ਲਟਕ ਕੇ ਆਪਣਾ ਸਰੀਰ ਤਪਾਉਂਦੇ ਹਨ। ਗੁਰੂ ਮਹਾਰਾਜ ਨੇ ਬੜਾ ਸੌਖਾ ਤਰੀਕਾ ਦੱਸਿਆ ਧਿਆਨ ਲਾਉਣ ਦਾ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ
ਲਾਏ ਧਿਆਨਾ। ਜਦੋਂ ਤੁਸੀਂ ਪ੍ਰੇਮ ਨਾਲ ਕੀਰਤਨ ਗਾਓਗੇ, ਉਸ ਪ੍ਰਭੂ ਦੇ ਗੁਣ ਗਾਓਗੇ, ਜਿਉਂ-ਜਿਉਂ ਪ੍ਰੇਮ ਨਾਲ ਗਾਈ ਜਾਓਗੇ ਤੁਹਾਡਾ ਧਿਆਨ ਲੱਗਦਾ ਜਾਏਗਾ। ਇਸ ਤੋਂ ਵੱਧ ਕੇ ਧਿਆਨ ਲਾਉਣ ਦਾ ਹੋਰ ਕੋਈ ਤਰੀਕਾ ਨਹੀਂ। ਗੁਰਮੁਖ ਜਪੀਐ ਸਤਨਾਮ ਸ੍ਰੀ ਵਾਹਿਗੁਰੂ 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 ਜਪੀ ਜਾਓ, ਤੁਹਾਡਾ ਧਿਆਨ ਲੱਗੀ ਜਾਏਗਾ। ਹੌਲੇ ਹੌਲੇ, ਇੱਕ ਦਿਨ ਦਾ ਕੋਈ ਕੰਮ ਨਹੀਂ ਹੁੰਦਾ। ਇੱਕ ਦਿਨ ਬੱਚਾ ਸਕੂਲੇ ਜਾਵੇ ਤੇ ਉਹਨੂੰ ਬਹਿਣਾ ਹੀ ਨਹੀਂ ਆਉਂਦਾ, ਪਤਾ ਹੀ ਨਹੀਂ ਲੱਗਦਾ ਪਹਿਲੇ ਦਿਨ ਵੀ ਇੱਥੇ ਬਹਿਣਾ ਕਿਵੇਂ ਹੈ, ਪੜ੍ਹਨਾ ਕਿਵੇਂ ਹੈ। ਹੌਲੇ ਹੌਲੇ ਜਦੋਂ ਸਕੂਲ ਵਿੱਚ ਜਾਂਦਾ ਉਹਨੂੰ ਬਹਿਣਾ ਉੱਠਣਾ ਆਉਂਦਾ, ਪੜ੍ਹਨਾ ਲਿਖਣਾ ਆਉਂਦਾ। ਉਹ ਪੜ੍ਹਦਾ ਇੱਕ ਦਿਨ ਡਾਕਟਰ, ਇੰਜੀਨੀਅਰ, ਵਕੀਲ, ਜੱਜ, ਬੜਾ ਵੱਡਾ ਬਿਜ਼ਨਸਮੈਨ, ਬੜਾ ਵੱਡਾ ਰਾਜਨੀਤਿਕ ਨੇਤਾ ਬਣ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਕੇ ਸਕੂਲ ਵਿੱਚ ਆ ਕੇ ਗੁਰੂ ਕੇ ਸਿੱਖਾਂ ਨੇ ਗੁਰੂ ਕੀ ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ। ਇਹ ਤੁਹਾਡੇ ਧਿਆਨ ਲਾਉਣ ਦਾ ਇੱਕ ਵਸੀਲਾ ਹੈ। ਇਸ ਤੋਂ ਫਿਰ ਜਦੋਂ ਧਿਆਨ ਪ੍ਰਭੂ ਨਾਲ ਜੁੜ ਜਾਏਗਾ, ਉਹ ਜਿਹੜਾ ਪ੍ਰਭੂ ਸਾਨੂੰ ਲੱਗਦਾ ਸੀ ਕਿ ਕਿਤੇ ਬਾਹਰ ਦੂਰ ਹੈ, ਉਹ ਅੰਦਰ ਹੀ ਨਜ਼ਰ ਆ ਜਾਏਗਾ। ਇਹ ਸਭ ਕੁਝ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠ ਕੇ ਹੁੰਦਾ ਹੈ। ਆਪ ਜੀ ਨੇ ਬੜੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਪਾਸੋਂ ਸਰਵਣ ਕੀਤਾ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਮੇਰੇ ਵਾਹਿਗੁਰੂ ਦੇ ਚੋਜ ਨਿਆਰੇ ਹਨ। ਹਰ ਪਲ ਵੱਖਰੀ ਖੇਡ ਰਚਾਉਂਦਾ ਹੈ। 10 ਮਿੰਟ ਪਹਿਲਾਂ ਕੋਈ ਹੋਰ ਖੇਡ ਖੇਡਦਾ ਹੈ ਤੇ 5-7 ਮਿੰਟ ਬਾਅਦ ਕੋਈ ਹੋਰ ਦੀ ਹੋਰ ਹੀ ਕਰ ਦਿੰਦਾ ਹੈ। ਅਵਲ ਹਮਦ ਜਨਾਬ ਖੁਦਾਏ ਦੀ ਨੂੰ ਰੰਗ ਰੰਗ ਦੇ ਖੇਲ ਦਿਖਾਉਂਦਾ ਹੀ, ਸਫਾ ਪਿਛਲੀਆਂ ਸਭ ਵਲੇਟ ਲੈਂਦਾ, ਅੱਗੇ ਹੋਰ ਦੀ ਹੋਰ ਵਛਾਉਂਦਾ ਹੀ। ਇਹ ਸੰਸਾਰ ਦੇ ਉਹਦੇ ਪਰਮੇਸ਼ਰ ਦੇ ਰੰਗ ਨਿਆਰੇ ਹਨ। ਸੋ ਸਾਧ ਸੰਗਤ ਜੀ, ਸਾਰਾ ਪੰਥ ਖਾਲਸਾ, ਸਾਰੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ, ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਜੋ ਬੜਾ ਵੱਡਾ ਪਰਉਪਕਾਰ ਦੁਨੀਆ 'ਤੇ ਹੋਇਆ, ਇਹਦੇ ਵਰਗਾ ਉਪਕਾਰ ਕੋਈ ਨਹੀਂ ਹੋਇਆ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ। ਵੈਸੇ ਤਾਂ 10 ਜਾਮਿਆਂ 'ਚ ਗੁਰੂ ਸਾਹਿਬ ਨੇ ਇੰਨੇ ਉਪਕਾਰ ਕੀਤੇ ਨੇ ਵੀ ਕੋਈ ਗਿਣ ਨਹੀਂ ਸਕਦਾ। 10 ਪਾਤਸ਼ਾਹੀਆਂ ਨੇ ਇੰਨਾ ਭਲਾ ਕੀਤਾ ਦੁਨੀਆ ਦਾ ਵੀ ਇੱਕ ਕਦਮ ਕਦਮ ਤੇ ਭਲਾ ਹੀ ਕਰੀ ਗਏ ਮਹਾਰਾਜ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਜਿਹੜਾ ਸਭ ਦਾ ਭਲਾ ਕਰਨ ਲਈ ਵੱਡਾ ਕੰਮ ਪੰਜਵੇਂ ਪਾਤਸ਼ਾਹ ਨੇ ਕੀਤਾ ਸੀ, ਉਹ ਸੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ। ਜੇ ਅੱਜ ਗੁਰੂ ਗ੍ਰੰਥ ਸਾਹਿਬ ਨਾ ਹੁੰਦਾ, ਆਪਣਾ ਸਿੱਖਾਂ ਦਾ ਹਾਲ ਕੀ ਹੋਣਾ ਸੀ ਦੱਸੋ? ਕਿੱਥੇ ਆਪਾਂ ਮੱਥਾ ਟੇਕਣਾ ਸੀ, ਕਿੱਥੇ ਆਪਾਂ ਜੁੜ ਕੇ ਬਹਿਣਾ ਸੀ? ਪੂਰੀ ਦੁਨੀਆ ਵਿੱਚ ਜਿੱਥੇ ਮਰਜ਼ੀ ਚਲੇ ਜਾਓ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੁੰਦੇ ਨੇ, ਆਪਾਂ ਸਾਰੇ ਸਿਰ ਜੋੜ ਕੇ ਬਹਿ ਜਾਂਦੇ ਹਾਂ, ਇਕੱਠੇ ਹੋ ਜਾਂਦੇ ਹਾਂ। ਪੰਜਾਬੀ ਭਾਈਚਾਰਾ, ਗੁਰਸਿੱਖ ਭਾਈਚਾਰਾ, ਖਾਲਸਾ ਪੰਥ, ਸਾਰੀ ਦੁਨੀਆ ਦਾ ਦੇਖੋ। ਆ ਕਰੋਨਾ ਕਾਲ ਦੇ ਵਿੱਚ ਮਹਾਰਾਜ ਨੇ ਖਾਲਸੇ ਨੂੰ ਸਰਦਾਰੀ ਦਿੱਤੀ ਹੈ, ਲੰਗਰ ਚਲਾਇਆ, ਸਾਰੀ ਦੁਨੀਆ ਲੰਗਰ ਛਕ ਰਹੀ। 20 ਰੁਪਈਏ ਦਾ ਲੰਗਰ ਮੁੱਕਿਆ ਹੀ ਕੋਈ ਨਹੀਂ, ਸਭ ਦੁਨੀਆ ਛਕ ਗਈ। ਇਹ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਹੈ। ਜੇ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਨਾ ਹੁੰਦੇ, ਅਸੀਂ ਰੁਲ ਜਾਣਾ ਸੀ। ਇਹ ਪਰਉਪਕਾਰ ਪੰਜਵੇਂ ਪਾਤਸ਼ਾਹ ਨੇ ਕੀਤਾ। ਉਹ ਦਿਹਾੜਾ ਆਪਾਂ ਜਿਹੜਾ ਸਾਧ ਸੰਗਤ ਜੀ ਪਹਿਲਾ ਪ੍ਰਕਾਸ਼ ਉਤਸਵ ਮਨਾਉਣ ਜਾ ਰਹੇ ਹਾਂ, ਉਹਦੇ ਸੰਬੰਧ ਵਿੱਚ ਨੌਜਵਾਨ ਸਿੰਘਾਂ ਨੇ ਵਿਚਾਰ ਕੀਤੀ ਵੀ ਬੰਬੇ ਵਿੱਚ ਉਹ ਇਤਿਹਾਸ ਸੁਣਾਇਆ ਜਾਵੇ। ਜਦੋਂ ਗੁਰੂ ਅਰਜਨ ਦੇਵ ਜੀ ਨੇ ਇਹ ਸਾਰਾ ਪਰਉਪਕਾਰ ਕੀਤਾ, ਕਿਵੇਂ ਕਿਵੇਂ ਕੀਤਾ। ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ ਨਾ, ਇੰਨੀ ਖੁੱਭ ਕੇ ਲਿਖੀ ਹੈ ਵੀ ਜਿੱਥੇ ਉਹ ਵਰਤ ਰਿਹਾ ਸਾਡੀ ਸੁਰਤ 'ਚ ਆ ਜਾਂਦਾ ਹੈ। ਜਦੋਂ ਪ੍ਰੇਮ ਨਾਲ ਸੁਣਾਂਗੇ ਨਾ, ਪੰਜਵੇਂ ਪਾਤਸ਼ਾਹ ਦੇ ਦਰਸ਼ਨ ਹੋਣਗੇ। ਸਾਰੀ ਸੰਗਤ ਸੁਰਤੀ ਬਿਰਤੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਜੋੜੋ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸੱਚੇ ਪਾਤਸ਼ਾਹ ਦੀ ਕਥਾ ਸੁਣੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਗੇ ਸਤਿਗੁਰ ਕੀ ਕਥਾ, ਕਹੋ ਜਥਾ ਮਤ ਹੋਏ। ਕਵੀ ਜੀ ਕਹਿੰਦੇ ਹਨ, ਮੈਂ ਹੁਣ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਕਥਾ ਦੱਸਣ ਲੱਗਾ ਹਾਂ। ਜੈਸੀ ਗੁਰੂ ਸਾਹਿਬ ਮੈਨੂੰ ਮੱਤ ਦੇਣਗੇ, ਵੈਸੀ ਮੈਂ ਸਤਿਗੁਰਾਂ ਦੀ ਕਥਾ ਬਿਆਨ ਕਰਾਂਗਾ। ਕਥਾ ਸੁਨੋ ਸਰੋਤਾ ਨਿਪੁਨ, ਮਥਾ ਸਾਰ ਹੈ ਜੋਏ।
ਗੁਰੂ ਸਾਹਿਬ ਜੀ ਨੇ ਮੱਖਣ ਰਿੜਕਿਆ ਹੈ, ਸਾਰ ਦੇ ਵਿੱਚੋਂ ਸਾਰ ਕੱਢਿਆ ਹੈ। ਕਿਸੇ ਚੀਜ਼ ਦਾ ਨਿਚੋੜ ਕੱਢੀਏ, ਦੁੱਧ ਦਾ, ਦਹੀਂ ਦਾ ਸਾਰ ਕੀ ਹੁੰਦਾ? ਦੁੱਧ ਦਹੀਂ ਨੂੰ ਰਿੜਕੀਏ, ਵਿੱਚੋਂ ਕੀ ਨਿਕਲਦਾ? ਉਹ ਨਿਕਲਦਾ ਘਿਓ, ਨਿਕਲਦਾ ਮੱਖਣ, ਨਿਕਲਦਾ। ਗੁਰੂ ਸਾਹਿਬ ਨੇ ਸਾਰੀ ਦੁਨੀਆ ਦਾ ਗਿਆਨ ਨਿਚੋੜ ਕੱਢ ਕੇ ਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਦਿੱਤਾ ਹੈ। ਇਹ ਕਥਾ ਪ੍ਰੇਮ ਨਾਲ ਸਰਵਣ ਕਰੋ। ਸ੍ਰੀ ਗ੍ਰੰਥ ਸਾਹਿਬ ਸ਼ਬਦ ਕਹਿ ਬੀੜ ਕੋ ਏਕ। ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਗੁਰਬਾਣੀ ਇਕੱਠੀ ਨਹੀਂ ਸੀ, ਵੱਖਰੀ ਵੱਖਰੀ ਪੋਥੀਆਂ 'ਚ ਵੱਖਰੇ ਵੱਖਰੇ ਸਿੱਖਾਂ ਕੋਲ ਪਈ ਸੀ। ਕਿਸੇ ਸਿੱਖ ਕੋਲ ਇੱਕ ਸ਼ਬਦ ਸੀ, ਕਿਸੇ ਕੋਲ 2 ਸਨ, ਕਿਸੇ ਕੋਲ 10 ਸਨ, ਕਿਸੇ ਕੋਲ 100 ਸ਼ਬਦ ਸਨ। ਸਾਰੀ ਬਾਣੀ ਇੱਕ ਜਿਲਦ ਵਿੱਚ ਹੋ ਜਾਵੇ, ਇਹ ਉਪਰਾਲਾ ਪੰਜਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ। ਗਿਰਾ ਪੰਜ ਪਾਤਸ਼ਾਹੀ ਕੀ ਪੂਰਨ ਆਦ ਵਿਵੇਕ। 5 ਗੁਰੂ ਸਾਹਿਬਾਂ ਦੀ ਬਾਣੀ ਨੂੰ ਇੱਕ ਥਾਂ ਤੇ ਇਕੱਠਾ ਕਰਨ ਦਾ ਪਰਉਪਕਾਰ ਪੰਜਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਕਰਨਗੇ। ਨਿਸ਼ਾਨੀ ਛੰਦ ਏਮ ਸ੍ਰੀ ਅਰਜਨ ਸਤਿਗੁਰੂ ਤਹਿ ਸਮਾ ਬਿਤਾਇਓ। ਇਸ ਤਰ੍ਹਾਂ ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿ ਹਾਂ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਮਾਂ ਗੁਜ਼ਾਰਿਆ ਹੈ। ਗਿਆਨ ਸ਼ਿਰੋਮਣ ਧੀਰ ਵੱਡ ਬਚ ਮਧੁਰ ਸੁਹਾਇ। ਮਹਾਰਾਜ ਗਿਆਨ ਚ ਸ਼੍ਰੋਮਣੀ ਸਨ, ਬ੍ਰਹਮ ਗਿਆਨੀ। ਜੇ ਕੋਈ ਦੇਖਣਾ ਹੋਵੇ ਨਾ, ਕਿਤਾਬਾਂ ਵਾਲੇ ਗਿਆਨੀ, ਕਥਾ ਕਰਨ ਵਾਲੇ ਗਿਆਨੀ ਤੇ ਸਾਧ ਸੰਗਤ ਜੀ ਬੜੇ ਮਿਲ ਜਾਂਦੇ ਹਨ, ਪਰ ਜਦੋਂ ਸਿਰ ਤੇ ਭੀੜ ਪੈਂਦੀ ਹੈ ਉਦੋਂ ਗਿਆਨ ਭੁੱਲ ਜਾਂਦਾ ਹੈ। ਮਾੜਾ ਜਿਹਾ ਪੈਰ 'ਚ ਕੰਡਾ ਵੀ ਲੱਗ ਜੇ, ਸਾਨੂੰ ਸਾਰਾ ਗਿਆਨ ਭੁੱਲ ਜਾਂਦਾ ਹੈ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬਹਿ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਕੇ ਵੀ ਗਿਆਨ ਨਹੀਂ ਭੁੱਲਿਆ, ਬਲਕਿ ਕਹਿੰਦੇ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਜੇ ਕੋਈ ਪੂਰਨ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੇ, ਗੁਰੂ ਅਰਜਨ ਦੇਵ ਜੀ ਨੂੰ 10ਵੇਂ ਪਾਤਸ਼ਾਹ ਨੂੰ ਇੱਕ ਵਾਰੀ ਸਿੰਘਾਂ ਨੇ ਪੁੱਛਿਆ, ਮਹਾਰਾਜ ਤੁਹਾਡੀ ਨਿਗਾਹ 'ਚ ਪੂਰਨ ਬ੍ਰਹਮ ਗਿਆਨੀ ਕੌਣ ਹਨ? ਤਾਂ 10ਵੇਂ ਪਾਤਸ਼ਾਹ ਕਹਿੰਦੇ ਪੰਜਵੇਂ ਪਾਤਸ਼ਾਹ ਬ੍ਰਹਮ ਗਿਆਨੀ ਹਨ। ਆਖੋ ਸਤਿਨਾਮ ਸ੍ਰੀ ਅਕਾਲ। ਹਾਲਾਂਕਿ 10ਵੇਂ ਪਾਤਸ਼ਾਹ ਵੀ ਜੋਤ ਉਹੀ ਹੈ, ਉਹ ਵੀ ਬ੍ਰਹਮ ਗਿਆਨੀ ਨੇ, ਕੋਈ 10 ਪਾਤਸ਼ਾਹੀਆਂ 'ਚ ਫਰਕ ਨਹੀਂ ਹੈ। ਪਰ ਉਹਨਾਂ ਨੇ ਆਪਣੇ ਵੱਡਿਆਂ ਦੀ ਅਵਸਥਾ ਬਿਆਨ ਕੀਤੀ ਹੈ ਵੀ ਆਹ ਹੈ ਬ੍ਰਹਮ ਗਿਆਨੀ। ਤੱਤੀ ਤਵੀ, ਤੱਤਾ ਰੇਤਾ ਦੇ ਉਬਲਦੀ ਦੇਗ, ਕਹਿਰ ਦੀ ਗਰਮੀ, 5 ਦਿਨ ਪਾਣੀ ਵੀ ਨਹੀਂ ਪੀਤਾ, ਪਿਆਸ ਤੇ ਭੁੱਖ ਸਹਿ ਕੇ, ਤਸੀਹੇ ਸਹਿ ਕੇ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟਣ ਲਈ ਆਪਣਾ ਸੀਸ ਬਲੀਦਾਨ ਦੇਤਾ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ, ਉਪਮਾ ਰਤਨਾ ਕਰ ਦਿਬੈ ਗੰਭੀਰ ਵਿਸਾਲਾ। ਕਵੀ ਜੀ ਕਹਿੰਦੇ ਮੈਨੂੰ ਲੱਗਦਾ ਵੀ ਗੁਰੂ ਅਰਜਨ ਦੇਵ ਜੀ ਇੱਕ ਸਮੁੰਦਰ ਹਨ। ਜਿਵੇਂ ਸਮੁੰਦਰ ਦੀ ਡੂੰਘਾਈ, ਲੰਬਾਈ, ਚੌੜਾਈ ਨਹੀਂ ਮਾਪੀ ਜਾ ਸਕਦੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵਡਿਆਈ ਵੀ ਨਹੀਂ ਮਾਪੀ ਜਾ ਸਕਦੀ। ਸਿੱਖ ਸੇਵਕ ਜਲ ਜੰਤ ਕਨ ਆਕੁਲਤ ਉਜਾਲਾ। ਹੁਣ ਸਵਾਲ ਹੁੰਦਾ ਵੀ ਸਮੁੰਦਰ 'ਚ ਤੇ ਜੀਵ ਜੰਤੂ ਵੀ ਹੁੰਦੇ ਨੇ, ਮਗਰਮੱਛ ਹੁੰਦੇ ਨੇ, ਮੱਛੀਆਂ ਹੁੰਦੀਆਂ ਨੇ, ਬੜੇ ਬੜੇ ਜਾਨਵਰ, 42 ਲੱਖ ਜੂਨਾਂ ਸਮੁੰਦਰ 'ਚ ਹੁੰਦੀਆਂ ਨੇ। ਕਹਿੰਦੇ ਗੁਰੂ ਅਰਜਨ ਦੇਵ ਦੇ ਸਮੁੰਦਰ ਵਿੱਚ ਕਿਹੜੇ ਜੀਵ ਨੇ? ਤਾਂ ਉਹ ਕਹਿੰਦੇ ਜਿਹੜੀ ਆ ਗੁਰੂ ਕੀ ਸੰਗਤ ਹੈ ਨਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਗੁਰੂ ਕੇ ਸਿੱਖ ਨੇ, ਇਹ ਗੁਰੂ ਅਰਜਨ ਦੇਵ ਦੇ ਸਮੁੰਦਰ ਦੇ ਮਗਰਮੱਛ ਨੇ। ਇਹ ਗੁਰੂ ਅਰਜਨ ਦੇਵ ਦੇ ਸਮੁੰਦਰ ਦੀਆਂ ਮੱਛੀਆਂ ਨੇ, ਉਹਦੇ 'ਚ ਆਨੰਦ ਲੈਂਦੀਆਂ ਨੇ। ਹਾਂਜੀ, ਸਤ ਸੰਤੋਖ ਸੁਸ਼ੀਲਤਾ ਸੁਚ ਸੁੰਦਰਤਾਈ। ਕਹਿੰਦੇ ਫਿਰ ਸਵਾਲ ਇੱਕ ਹੋਰ ਕੀਤਾ ਕਿ ਸਮੁੰਦਰ 'ਚ ਤੇ ਰਤਨ ਹੁੰਦੇ ਨੇ, ਮੋਤੀ ਹੁੰਦੇ ਨੇ, ਸਬਜ਼ੇ ਪੰਨੇ ਨੀਲਮ, ਬੜਾ ਕੁਝ ਨਿਕਲਦਾ ਸਮੁੰਦਰ 'ਚੋਂ। ਕਹਿੰਦੇ ਗੁਰੂ ਅਰਜਨ ਦੇਵ ਦੇ ਸਮੁੰਦਰ 'ਚ ਕਿਹੜੇ ਰਤਨ ਨੇ? ਕਹਿੰਦੇ ਉਹਨਾਂ ਦੇ ਵਿੱਚ ਸਤ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਦੇ ਸਮੁੰਦਰ 'ਚ ਸੰਤੋਖ ਹੈ, ਸੁਸ਼ੀਲਤਾ ਹੈ, ਸੁਚਮ ਹੈ ਤੇ ਸੁੰਦਰਤਾ ਹੈ। ਹਾਂਜੀ, ਦਇਆ ਛਿਮਾ ਮੁਦਤਾ ਮਹਾ ਕੋਮਲ ਸਰਲਾਈ। ਦਇਆ ਹੈ,
गुरु अर्जन देव के समुंदर च दया है, जी दया प्रवान, 68 तीर्थ सगल पुन, जी दया प्रवान। हर एक बंदे ते दया कर दे गुरु के सिख, आखो सतनाम श्री वाहिगुरू। क्योंकि गुरु ने दया की है, गुरु ने दया करनी सिखाई है। छिमा किसी बंदे ने साडे तो छोटे बंदे ने साडी अनसल्ट करती होवे, तगड़ा बंदा करे तो आप सह लेने, जे माड़ा बंदा करे तो आप कहने ओए तू कौन होना मेरे सामने, तेरी औकात की है। सिर पाड़न तक जाने, जान तो मारन तक जाने। पर जे अपने तो छोटा कोई बेइज्जती कर दे तो उन्होंने माफ़ कर देना, इनू कहते हैं छिमा। ये गुरु अर्जन देव जी सिखाते हैं। कहते मुदता, हर वेले प्रसन्न रहना, तत्ती तवी ते बह के भी प्रसन्न रहना। ये गुरु अर्जन देव अपने सिखां नूं सिखाया। जदों साध संगत जी भाई दयाले नूं देग जो बालन लग्या ना औरंगजेब, ते भाई दयाले ने अरदास की सी, हे गुरु अर्जन देव जी, उदों चंदू की देग च तुसीं उबले सी जहांगीर के समय च, अज औरंगजेब की देग विच भी तुसीं उबल सकते हो, मेरे वस की गल नहीं। तो गुरु अर्जन देव का सिख उस तरह देग च उबल के शहीद हो गया। उस तरह भाई मती दास आरे नाल चीरिया गया, भाई मनी सिंह के बंद बंद कट्टे गए, तारू सिंह की खोपरी लाई गई। सिख हसते हसते शहीदी क्यों पा जाते हैं? सामने गुरु अर्जन देव जी आ जाते हैं। आखो सतनाम। मुदता महा कोमल सरलाई, कोमलता है हिरदे च, बड़ा ही प्यार है, सरल सुभाव है, वल छल नहीं। साध संगत जी, जे रब के राह ते तुरना ना, राजनीति करनी तो वखरी गल है, करी जाओ, पर जे रब के राह ते तुरना एको ही नुकता, मन सरल होना चाहिए। जे मन दे विच विंगा टेढ़ा पाना है, चतराई चलाकी है, हुशियारी है, तो बंदा रब नूं नहीं मिल सकता, और जो मर्जी कर लवे। गुरु अर्जन देव जी ने साडे मन बाणी नाल इन्ने सरल करते ने। ये गुरु अर्जन देव जी महाराज दे गुण हन। अनसूयु धीरज धर्म गुण आदिक ज्ञाना। अनसूयु कहते ने ईरखा तो रहत होना, किसी नूं वेख के सड़ी जाना, ये ईरखा हुंदी है, ये रब नूं नहीं मिलन दिंदी। जदों सानूं किसी नाल ईरखा है ना, उदों साध संगत जी शांति नहीं आ सकती। कोई बंदा सामने आ जाए, सानू वेख के अग लग जाए, उदों गुरुद्वारे च कथा हो रही होवे, कीर्तन हो रहा होवे, उहदा आनंद नहीं रहिंदा। इस करके जिहड़ा भी गुरुद्वारे आउंदा, पहलां ये सोच के आओ भी गुरु दा ही रूप मनना, आपां उहदे नाल बुरी नज़र नाल नहीं वेखना, आपे ही शांति आ जाएगी। कहते गुरु अर्जन देव जी ईरखा तो रहत हन, धीरज दे धारनी हन, धर्म दे धारनी हन, इस तरह के बेअंत गुणां दे खजाने हन। रतन विशाल प्रकाश ते जाति देह नाना। हाँ, बड़े समुंदर च रतन हुंदे ने। कहते आ दया धर्म सत संतोख सुशीलता पवित्रता सुंदरताई, ये गुरु अर्जन देव दे समुंदर दे रतन हन। सार असार विचारे हो गंभीर सुमीरा। हुण समुंदर च पानी नहीं हुंदा, कहते गुरु अर्जन देव दे समुंदर च पानी किहड़ा है? कहते डूंगा जल है, सार ते असार नूं विचार लेना। ये दुध है, ये पानी है, ये सही है, ये गलत है, आत्मा सच है, बाकी सब कुछ झूठ है। ये जिहड़ी विचार है, ये गुरु अर्जन देव जी करते हैं। ये समझो उन्होंने समुद्र का डूंगा पानी है। प्रेम छोड़ ते भगत नित बीची सुख सीरा। अते पानी दे विच लहरां भी उठदियां ने। कहते इत्थे भगती दीयां लहरां उठदियां ने प्रेम की हवा दे नाल। आखो श्री वाहिगुरू। जदों प्रेम की हवा वगदी है, प्यार ते शरधा दी, साच कहो सुन लियो सबै जिन प्रेम कियो तिन ही प्रभ पायो, ते उस वेले फिर इत्थे भगती पैदा हुंदी है। आओ चलिए गुरुद्वारे, अज कथा सुनांगे, अज कीर्तन सुनांगे, अज भांडे लंगर दे मांजांगे, अज लंगर पकावांगे, अज वरतावांगे। सिख दे मन च ये लहर पैदा हो जाती है। जदों गुरु अर्जन देव जी प्रेम की हवा चलाते ने ना, तो सिख का मन भगती के रंग च रंगिया जाता है। संत हंस दिल सत सदा जम ताप बिहाए। कहते जिवें समुंदर च हंस होंदे ने, कहते गुरु अर्जन देव के समुंदर च ब्रह्म ज्ञानी बाबा बुढ़ा जी वर्गे, भाई गुरदास जी वर्गे हंस हैं।
ਤੇ ਕਹਿੰਦੇ ਸਮੁੰਦਰ ਦੇ ਨੇੜੇ ਗਰਮੀ ਨਹੀਂ ਆ ਸਕਦੀ। ਕਹਿੰਦੇ ਗੁਰੂ ਅਰਜਨ ਦੇਵ ਦਾ ਜਿਹੜਾ ਸਮੁੰਦਰ ਹੈ ਉਹਦੇ 'ਚ ਜਿਹੜੇ ਸਿੱਖ ਰਹਿੰਦੇ ਨੇ ਉਹਨਾਂ ਦੇ ਨੇੜੇ ਜਮਦੂਤਾਂ ਦੀ ਗਰਮੀ ਨਹੀਂ ਆ ਸਕਦੀ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਹਾਂਜੀ, ਛੇਮ ਅਨੇਕਨ ਕੋ ਕਰੈ ਇਮ ਸਿੰਧ ਸੁਹਾਏ। ਜਿਵੇਂ ਸਮੁੰਦਰ ਲੱਖਾਂ ਦਾ ਭਲਾ ਕਰਦਾ, ਕਰੋੜਾਂ ਦਾ ਭਲਾ ਕਰਦਾ, ਗੁਰੂ ਅਰਜਨ ਦੇਵ ਜੀ ਕਿੰਨੇ ਲੋਕਾਂ ਦਾ ਭਲਾ ਕਰਦੇ ਨੇ, ਗਿਣਤੀ ਨਹੀਂ ਹੋ ਸਕਦੀ, ਸਭ ਦਾ ਹੀ ਭਲਾ ਕਰਦੇ ਨੇ। ਹਾਂਜੀ, ਸ਼ਬਦ ਕਰਤ ਚਿਤ ਚਿਤਵਤੇ ਇੱਕ ਥਾਨ ਲਿਖੀਜੈ। ਤੇ ਰੋਜ਼ ਬਾਣੀ ਉਚਾਰਦੇ ਰਹਿੰਦੇ ਨੇ। ਬੜੀ ਬੜੀ ਲੰਮੀਆਂ ਬਾਣੀਆਂ ਗੁਰੂ ਅਰਜਨ ਦੇਵ ਜੀ, 52 ਅੱਖਰੀ, ਸੁਖਮਣੀ ਸਾਹਿਬ, 12ਵਾਂ, ਇਸੇ ਤਰ੍ਹਾਂ ਸਾਧ ਸੰਗਤ ਜੀ ਸਹਿਜ ਕੀਰਤੀ ਦੇ ਸ਼ਲੋਕ ਤੇ ਮਾਰੂ ਰਾਗ 'ਚ ਸੋਲ੍ਹੇ ਤੇ ਹੋਰ ਬੜੇ ਬੜੇ ਲੰਮੇ ਲੰਮੇ ਸ਼ਬਦ ਤੇ ਅਸ਼ਟਪਦੀਆਂ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ। ਤੇ ਮਨ ਵਿੱਚ ਇਹ ਵੀ ਸੋਚਦੇ ਨੇ ਕਿ ਸਾਰੇ ਗੁਰੂਆਂ ਦੀ ਬਾਣੀ ਇੱਕ ਥਾਂ ਤੇ ਇੱਕ ਜਿਲਦ ਵਿੱਚ ਲਿਖਣੀ ਚਾਹੀਦੀ ਹੈ, ਇਕੱਠੀ ਹੋਣੀ ਚਾਹੀਦੀ ਹੈ ਗੁਰੂ ਦੀ ਬਾਣੀ। ਪਠੈ ਸੁਣੈ ਸਿੱਖ ਸੁਖ ਲਹੈ ਸਿੱਖ ਥਿਰ ਠੀਕੈ। ਕਹਿੰਦੇ ਸਿੱਖ ਪੜ੍ਹਨਗੇ, ਸੁਣਨਗੇ, ਸੁੱਖ ਲੈਣਗੇ, ਉਹ ਸਿੱਖੀ ਕਾਇਮ ਰਹੇਗੀ। ਜੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਣ ਗਈ ਤੇ ਗੁਰੂ ਕੀ ਬਾਣੀ ਪੜ੍ਹ ਕੇ ਜੁਗਾਂ ਤੱਕ ਸਿੱਖੀ ਰਹੇਗੀ। ਤੇ ਜੇ ਬਾਣੀ ਦਾ ਇੱਕ ਥਾਂ ਤੇ ਇਕੱਠਾ ਨਾ ਕੀਤਾ, ਗੁਰੂ ਗ੍ਰੰਥ ਸਾਹਿਬ ਨਾ ਤਿਆਰ ਹੋਇਆ ਤੇ ਫਿਰ ਸਿੱਖੀ ਖਿੰਡ ਪੁੰਡ ਜਾਏਗੀ। ਹਾਂਜੀ, ਇੱਕ ਦਿਨ ਬੈਠੇ ਗੁਰੂ ਜੀ ਬਹੁ ਸਭਾ ਲਗਾਏ। ਇੱਕ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਭਾ ਲਾ ਕੇ ਏਦਾਂ ਹੀ ਦੀਵਾਨ ਸਜਿਆ। ਗੁਰੂ ਕੇ ਸਿੱਖ ਬੈਠੇ ਨੇ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮੰਝ ਜੀ, ਭਾਈ ਬਹਿਲੋ ਜੀ, ਭਾਈ ਸਾਲੋ ਜੀ, ਭਾਈ ਭਗਤੂ ਜੀ ਵਰਗੇ ਬੜੇ ਬੜੇ ਬ੍ਰਹਮ ਗਿਆਨੀ ਉੱਥੇ ਬੈਠੇ ਨੇ। ਦੀਵਾਨ ਸਜਿਆ ਹੈ। ਪੰਜਵੇਂ ਪਾਤਸ਼ਾਹ ਦੀਵਾਨ ਦੇ ਵਿੱਚ ਸੰਗਤ ਨੂੰ ਦਰਸ਼ਨ ਦੇ ਰਹੇ ਨੇ। ਉਪਦੇਸ਼ਕ ਸਤਨਾਮ ਕੋ ਚੱਕ ਕਰਮਾ ਛਾਏ। ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦੇ ਰਹੇ ਨੇ। ਮਹਾਰਾਜ ਦੇ ਨੇਤਰਾਂ ਵਿੱਚ ਕਰੁਣਾ ਤੇ ਦਇਆ ਹੈ। ਕਿਉਂ? ਆ ਜਿੰਨੀ ਸੰਗਤ ਬੈਠੀ ਹੈ ਮੇਰੇ ਕੋਲ ਆਈ, ਇਹ ਖਾਲੀ ਨਾ ਜਾਵੇ। ਆਖੋ ਸ੍ਰੀ ਵਾਹਿਗੁਰੂ। ਹੁਣ ਸਾਡਾ ਤਾਂ ਕਥਾਵਾਚਕਾਂ ਦਾ ਇਹੀ ਖਿਆਲ ਹੈ ਵੀ ਸਾਡੀ ਟੋਕਰੀ ਭਰ ਜਾਵੇ, ਸੰਗਤ ਨੂੰ ਭਾਵੇਂ ਕੁਝ ਮਿਲੇ ਭਾਵੇਂ ਨਾ ਮਿਲੇ। ਇਹੀ ਹਾਲ ਕਮੇਟੀਆਂ ਦਾ ਹੈ, ਇਹੀ ਸਾਰਿਆਂ ਦਾ। ਤੇ ਸਾਧ ਸੰਗਤ ਪਿਆਸੀ ਆਉਂਦੀ, ਪਿਆਸੀ ਚਲੀ ਜਾਂਦੀ ਹੈ। ਖਾਲਸਾ ਜੀ, ਗੁਰੂ ਬੈਠਾ ਹੋਵੇ ਤੇ ਗੁਰੂ ਦੇ ਦਰ ਤੋਂ ਕੋਈ ਪਿਆਸਾ ਕਿਵੇਂ ਚਲਾ ਜਾਵੇ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੋਚਦੇ ਆ, ਜਿਹੜੇ ਮੇਰੇ ਬੂਹੇ ਤੇ ਆਏ ਨੇ ਇਹ ਪਿਆਸੇ ਨੇ, ਇਹਨਾਂ ਨੂੰ ਭੁੱਖ ਲੱਗੀ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖਾ ਖਾਏ ਚਲੀਐ ਦੁਖ। ਇਹਨਾਂ ਨੂੰ ਹੁਣ ਪਿਆਸਿਆਂ ਨੂੰ, ਭੁੱਖਿਆਂ ਨੂੰ ਭੋਜਨ ਮਿਲਣਾ ਚਾਹੀਦਾ। ਉਹ ਭੋਜਨ ਕਿਹੜਾ? ਬਾਣੀ ਦਾ, ਉਹ ਭੋਜਨ ਕਥਾ ਦਾ, ਉਹ ਭੋਜਨ ਕੀਰਤਨ ਦਾ ਹੈ। ਇੱਕ ਲੰਗਰ ਹੈ ਗੁਰੂ ਦਾ। ਸੰਗਤ ਥੱਲੇ ਛੱਕ ਕੇ ਗੁਰੂ ਦਰਬਾਰ ਜਾ ਕੇ ਬੈਠ ਜਾਂਦੀ ਹੈ। ਪਹਿਲੇ ਪੰਗਤ, ਪਿੱਛੇ ਸੰਗਤ। ਪੰਗਤ ਪਹਿਲੇ ਕਿਉਂ ਕੀਤੀ ਹੈ? ਵੀ ਜੇ ਪ੍ਰਸ਼ਾਦੇ 'ਚ ਖਿਆਲ ਰਹੇਗਾ ਵੀ ਮੈਂ ਤਾਂ ਭੁੱਖਾ ਰੋਟੀ ਖਾਣੀ ਸੀ, ਬਾਬਾ ਭੋਗ ਹੀ ਨਹੀਂ ਪਾਉਂਦਾ, ਤੇ ਫਿਰ ਉਹਨੂੰ ਕਥਾ ਨਹੀਂ ਸਮਝ ਆਉਣੀ। ਕਥਾ ਉਹੀ ਸੁਣੇਗਾ ਜਿਹੜਾ ਪ੍ਰਸ਼ਾਦਾ ਛਕ ਕੇ ਆਰਾਮ ਨਾਲ ਨਿਸ਼ਚਿੰਤ ਹੋ ਕੇ ਬੈਠੇਗਾ। ਸਤਿਗੁਰਾਂ ਨੇ ਬੜੀ ਵਧੀਆ ਵਿਧੀ ਬਣਾਈ ਹੈ। ਪਹਿਲੇ ਪੰਗਤ, ਪਾਛੇ ਸੰਗਤ। ਫਿਰ ਹੁਣ ਸੰਗਤ ਵਿੱਚ ਵੀ ਇੱਕ ਭੁੱਖ ਹੈ। ਉਹ ਕਿਹੜੀ ਹੈ? ਉਹ ਆਤਮਾ ਦੀ ਭੁੱਖ ਹੈ, ਨਾਮ ਦੀ ਭੁੱਖ ਹੈ, ਉਹ ਬਾਣੀ ਦੀ ਭੁੱਖ ਹੈ। ਮਹਾਰਾਜ ਕਹਿੰਦੇ ਇਹ ਵੀ ਤਾਂ ਪੂਰੀ ਹੋਣੀ ਚਾਹੀਦੀ ਹੈ। ਢਿੱਡ ਦਾ ਭਰਤਾ ਪ੍ਰਸ਼ਾਦੇ ਤੇ ਛਕਾਦੇ ਨੇ, ਪਰ ਇਹਨਾਂ ਦਾ ਮਨ ਭੁੱਖਾ ਹੈ, ਉਹ ਵੀ ਰੱਜ ਕੇ ਜਾਵੇ। ਇੱਕ ਸਿੱਖ ਬੋਲਿਓ ਜੋਰ ਕਰ ਗੁਰ ਜੀ ਸੁਣ ਲੀਜੈ। ਅਜੇ ਮਹਾਰਾਜ ਵਿਚਾਰ ਹੀ ਕਰ ਰਹੇ ਸੀ ਕਿ ਇੰਨੇ ਨੂੰ ਇੱਕ ਸਿੱਖ ਹੱਥ ਜੋੜ ਕੇ ਬੋਲਿਆ, ਹੇ ਪੰਚਮ ਪਾਤਸ਼ਾਹ ਗੁਰਦੇਵ ਜੀ, ਇੱਕ ਬੇਨਤੀ ਸੁਣੋ। ਪ੍ਰਿਥਿਆ ਆਦਿਕ ਅਪਰ ਬਹੁ ਤਿਨ ਕਰਮ ਲਿਖੀਜੈ। ਮਹਾਰਾਜ ਤੁਹਾਡਾ ਵੱਡਾ ਭਰਾ ਪ੍ਰਿਥੀ ਚੰਦ ਅਤੇ ਉਹਦੇ ਟੋਲੇ ਦੇ ਹੋਰ ਬੰਦੇ ਮਹਾਰਾਜ ਇੱਕ ਪੁੱਠਾ ਕੰਮ ਕਰ ਰਹੇ ਨੇ। ਉਹ ਐਸਾ ਕੰਮ ਕਰ ਰਹੇ ਨੇ ਜਿਹੜਾ ਗੁਰੂ ਕੇ ਸਿੱਖਾਂ ਲਈ ਬੜਾ ਨੁਕਸਾਨਦਾਇਕ ਹੈ। ਆਪ ਬਨਾਵਤ ਸ਼ਬਦ ਕੋ ਨਿਜ ਬੁੱਧ ਅਨੁਸਾਰੀ। ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਕਵੀਸ਼ਰੀ ਸ਼ੁਰੂ ਕੀਤੀ ਹੋਈ ਹੈ। ਉਹ ਆਪਣੀ ਬੁੱਧੀ ਦੇ ਅਨੁਸਾਰ ਸ਼ਬਦ ਬਣਾਉਂਦਾ ਹੈ। ਸ੍ਰੀ ਨਾਨਕ ਕੋ ਨਾਮ ਸ਼ੁਭ ਧਰ ਦੇਤ ਮਝਾਰੀ। ਉਹ ਆਪਣੀ ਬਾਣੀ, ਕੱਚੀ ਬਾਣੀ ਰਚਦਾ ਹੈ
ਤੇ ਅਖੀਰ ਦੇ ਵਿੱਚ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਪਾ ਦਿੰਦਾ ਹੈ। ਤੇ ਜਦੋਂ ਉਹ ਸ਼ਬਦ ਸੰਗਤਾਂ ਪੜ੍ਹਦੀਆਂ ਨੇ, ਸੰਗਤਾਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ ਜਾਂ ਇਹ ਪ੍ਰਿਥੀ ਚੰਦ ਦੀ ਹੈ। ਕੋਈ ਸਕੈ ਪਛਾਣ ਕਰ, ਹੋ ਸਕੈ ਨਾ ਜਾਣੀ। ਮਹਾਰਾਜ ਕਈ ਗੁਰੂ ਕੇ ਸਿੱਖ ਬਹੁਤ ਬੁੱਧੀਵਾਨ ਪਛਾਣ ਲੈਂਦੇ ਨੇ, ਜਿਨ੍ਹਾਂ ਨੂੰ ਗੁਰਬਾਣੀ ਦਾ ਬਹੁਤ ਅਭਿਆਸ ਹੈ। ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ ਵੀ ਇਹ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ, ਇਹ ਗੁਰੂ ਅੰਗਦ ਦੇਵ ਜੀ ਦੀ, ਇਹ ਗੁਰੂ ਅਮਰਦਾਸ ਜੀ ਦੀ, ਜਾਂ ਇਹ ਗੁਰੂ ਰਾਮਦਾਸ ਦੀ ਬਾਣੀ ਹੈ। ਪਰ ਜਿਹੜੇ ਵਿਚਾਰੇ ਭੋਲੇ ਨੇ, ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹ ਗੁਰੂ ਨਾਨਕ ਦੀ ਬਾਣੀ ਸਮਝ ਕੇ ਹੀ ਉਹਨੂੰ ਪੜ੍ਹੀ ਜਾਂਦੇ ਨੇ। ਅਲਪਮਤੀ ਆਸ਼ੈ ਗੁਰੂ ਕਿਨ ਸਕੈ ਬਖਾਨੀ। ਥੋੜੀ ਬੁੱਧੀ ਵਾਲੇ ਘੱਟ ਪੜ੍ਹੇ ਹੋਏ ਸਿੱਖ ਗੁਰੂ ਦੇ ਆਸ਼ੇ ਨੂੰ ਕਿਵੇਂ ਪਛਾਣ ਲੈਣਗੇ? ਕਿਉਂਕਿ ਗੁਰੂ ਦਾ ਆਸ਼ਾ ਬੜਾ ਹੀ ਗੰਭੀਰ ਹੈ। ਗੁਰੂ ਦੀ ਬਾਣੀ ਤੇ ਆਮ ਕਵਿਤਾ 'ਚ ਬੜਾ ਫਰਕ ਹੈ ਸਾਧ ਸੰਗਤ ਜੀ। ਪਰ ਇਹ ਹੁਣ ਮਨਮੁਖਾਂ ਨੂੰ, ਲੋਕਾਂ ਨੂੰ, ਸਾਡੇ ਵਰਗਿਆਂ ਨੂੰ ਨਹੀਂ ਸਮਝ ਆਉਂਦਾ। ਗੁਰਬਾਣੀ ਉਸ ਮੰਡਲ ਦੀ ਕਥਾ ਹੈ ਜਿੱਥੇ ਇਨਸਾਨ ਦੀ ਬੁੱਧੀ ਨਹੀਂ ਪਹੁੰਚ ਸਕਦੀ। ਉੱਥੋਂ ਦੀ ਗੱਲ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਤੇ ਸਾਡੀ ਬੁੱਧੀ ਜਿਹੜੀ ਹੈ ਉਹ ਤਾਂ ਇਸ ਦੁਨੀਆ ਨੂੰ ਵੇਖਦੀ ਹੈ, ਸੁਪਨੇ ਜੇ ਨੂੰ, ਤੇ ਸੁਪਨੇ ਨੂੰ ਸੱਚਾ ਮੰਨੀ ਬੈਠੀ ਹੈ। ਜਿਹੜੇ ਸੁਪਨੇ ਨੂੰ ਸੱਚਾ ਮੰਨੀ ਬੈਠੇ ਨੇ, ਉਹਨਾਂ ਦਾ ਗਿਆਨ ਅੱਗੇ ਕੀ ਜਾਣਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਸਿੱਖ ਬੇਨਤੀ ਕਰ ਰਿਹਾ, ਮਹਾਰਾਜ ਸਿੱਖਾਂ ਦੀ ਸਾਰਿਆਂ ਦੀ ਬੁੱਧੀ ਐਨੀ ਸੂਖਮ ਨਹੀਂ ਹੈ ਕਿ ਉਹ ਗੁਰਬਾਣੀ ਦਾ ਤੇ ਕੱਚੀ ਬਾਣੀ ਦਾ ਨਿਰਣਾ ਕਰ ਸਕਣ। ਰੱਬ ਜੇ ਹੈ ਇਨ ਸਕਲ ਹੀ ਗੁਰਮਤਿ ਵਿਗੜੈ ਹੈ। ਮਹਾਰਾਜ ਜੇ ਇਦਾਂ ਹੀ ਰਿਹਾ ਤੇ ਗੁਰਮਤਿ ਵਿਗੜ ਜਾਏਗੀ, ਕਿਉਂਕਿ ਬਾਣੀ ਸਾਰੀ ਕੱਚੀ ਤੇ ਪੱਕੀ ਰਲ ਜਾਏਗੀ। ਜਿਵੇਂ ਵਿੱਚ ਹੀ ਪਾਣੀ, ਵਿੱਚ ਹੀ ਦੁੱਧ, ਵਿੱਚ ਹੀ ਖਿਚੜੀ, ਵਿੱਚ ਹੀ ਸਾਰਾ ਕੁਝ, ਕੀ ਪਤਾ ਲੱਗਣਾ ਕੀ ਹੈ। ਤੇ ਜੇ ਮਹਾਰਾਜ ਤੁਸੀਂ ਕਿਰਪਾ ਕਰ ਦਿਓ, ਗੁਰਬਾਣੀ ਵੱਖਰੀ ਕਰ ਦਿਓ, ਤਾਂ ਕਿ ਸਿੱਖਾਂ ਨੂੰ ਪਤਾ ਲੱਗ ਜੇ ਵੀ ਆਹ ਗੁਰੂ ਦੀ ਬਾਣੀ ਹੈ, ਇਸ ਤੋਂ ਬਿਨਾਂ ਕੱਚੀ ਬਾਣੀ ਹੈ। ਕੋ ਕਿਸ ਬਿਦ ਕੋ ਕਿਛੂ ਬਿਦ ਬਾਣੀ ਉਚਰੈ ਹੈ। ਜੇ ਮਹਾਰਾਜ ਆਪ ਜੀ ਨੇ ਕਿਰਪਾ ਨਾ ਕੀਤੀ ਤੇ ਕੋਈ ਕਿਸੇ ਤਰ੍ਹਾਂ ਦੇ, ਕੋਈ ਕਿਸੇ ਤਰ੍ਹਾਂ ਆਪਣੀ ਮਰਜ਼ੀ ਨਾਲ ਬਾਣੀ ਰਚਣ ਲੱਗ ਜਾਣਗੇ ਤੇ ਇਦਾਂ ਬਾਣੀ ਬਣਾ ਬਣਾ ਕੇ ਤੇ ਗੁਰਬਾਣੀ ਵਿਗਾੜ ਦੇਣਗੇ। ਹਾਂਜੀ, ਕਰੋ ਜਤਨ ਅਸ ਮਿਲੈ ਨਹਿ ਸੁੰਦਰ ਗੁਰਬਾਣੀ। ਮਹਾਰਾਜ ਐਸਾ ਯਤਨ ਕਰੋ ਵੀ ਸੋਹਣੀ ਗੁਰੂ ਦੀ ਬਾਣੀ ਕੱਚੀ ਬਾਣੀ ਦੇ ਵਿੱਚ ਮਿਕਸ ਨਾ ਹੋ ਜਾਵੇ, ਗੁਰਬਾਣੀ 'ਚ ਰਲਗੱਡ ਨਾ ਹੋ ਜਾਵੇ। ਸੁਣ ਇੱਕ ਸਿੱਖ ਬੋਲਿਓ ਬਹੁਰ ਦਹੁ ਸੰਸੈ ਹਾਨੀ। ਐਨੇ ਨੂੰ ਇੱਕ ਹੋਰ ਸਿੱਖ ਮਹਾਰਾਜ ਦਾ ਪਿਆਰਾ ਨਾਲ ਹੀ ਬੈਠਾ ਸੀ, ਉਹ ਵੀ ਬੋਲ ਪਿਆ। ਉਹਨੇ ਆਪਣਾ ਸਵਾਲ ਰੱਖਤਾ। ਉਹ ਕਹਿੰਦਾ, ਮਹਾਰਾਜ ਮੇਰਾ ਵੀ ਇੱਕ ਸਵਾਲ ਹੈ, ਕਿਰਪਾ ਕਰਕੇ ਮੇਰੇ ਸਵਾਲ ਦਾ ਵੀ ਜਵਾਬ ਦਿਓ। ਬਾਣੀ ਕੱਚੀ ਗੁਰੂ ਬਿਨਾ ਗੁਰ ਅਮਰ ਬਖਾਨੀ। ਸ੍ਰੀ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੇ ਵਿੱਚ ਕਿਹਾ ਹੈ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ। ਇਹ ਜਿਹੜੀ ਮਹਾਰਾਜ ਗੁਰੂ ਅਮਰਦਾਸ ਜੀ ਨੇ ਪੰਕਤੀ ਕਹੀ ਹੈ, ਕਿਨ ਸਮਝੈ ਸਿੱਖ ਕਿਸੀ ਕੋ ਸੁਨ ਪਠੈ ਸੁਜਾਨੀ। ਮਹਾਰਾਜ ਇਹ ਪੰਕਤੀ ਦੇ ਅਰਥ ਸਾਨੂੰ ਆਪ ਕਿਰਪਾ ਕਰਕੇ ਨਿਰਣਾ ਕਰਕੇ ਦੱਸੋ ਵੀ ਅਸੀਂ ਕਿਹੜੀ ਬਾਣੀ ਨੂੰ ਪੜ੍ਹਨਾ, ਕਿਹੜੀ ਬਾਣੀ ਨੂੰ ਕੱਚੀ ਸਮਝ ਕੇ ਛੱਡਣਾ ਹੈ। ਇਹ ਆਪ ਨਿਰਣਾ ਕਰੋ ਵੀ ਕੱਚੀ ਬਾਣੀ ਹੁੰਦੀ ਕੀ ਹੈ। ਸਿੱਖ ਗੁਰਦਾਸ ਜੇ ਆਦ ਹੈ ਜਿਨ ਗਿਰਾ ਬਣਾਈ। ਮਹਾਰਾਜ ਜਿਹੜੇ ਤੁਹਾਡੇ ਗੁਰਸਿੱਖ ਹਨ, ਭਾਈ ਗੁਰਦਾਸ ਜੀ ਵਰਗੇ, ਉਹਨਾਂ ਨੇ ਬਾਣੀ ਰਚੀ ਹੈ, ਕਿ ਉਹ ਵੀ ਕੱਚੀ ਹੈ? ਕਿਉਂਕਿ ਗੁਰੂ ਬਿਨਾਂ ਕੱਚੀ ਲਿਖਿਆ ਨਾ, ਵੀ ਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਬਾਣੀ ਉਹ ਨਹੀਂ ਪੜ੍ਹਨੀ, ਉਹ ਕੱਚੀ ਹੈ। ਕਹਿੰਦੇ ਕੱਚੇ ਸੁਣਦੇ ਕੱਚੇ। ਤਾਂ ਮਹਾਰਾਜ ਇਹ ਦੱਸ ਦਿਓ ਵੀ ਜਿਵੇਂ ਭਾਈ ਗੁਰਦਾਸ ਜੀ ਤੁਹਾਡੇ ਸਿੱਖ ਨੇ, ਇਹ ਵੀ ਬਾਣੀ ਰਚਦੇ ਨੇ। ਭਾਈ ਗੁਰਦਾਸ ਜੀ ਨੇ 40 ਵਾਰਾਂ ਲਿਖੀਆਂ ਨੇ, 675 ਕਵਿਤ ਸਵਈਏ ਲਿਖੇ ਨੇ, 6 ਸ਼ਲੋਕ ਸੰਸਕ੍ਰਿਤ ਵਿੱਚ ਲਿਖੇ ਨੇ। ਉਹ ਇੰਨੀ ਬਾਣੀ ਲਿਖੀ ਹੈ ਉਹਨਾਂ ਨੇ, ਉਹ ਵੀ ਕੱਚੀ ਹੈ ਫਿਰ। ਹਾਂਜੀ, ਸਤਿਗੁਰ ਕੋ ਜਸ ਜਿਸ ਲਿਖੈ ਗੁਰਮਤਿ ਦ੍ਰਿੜਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਦੇ ਵਿੱਚ ਗੁਰੂ ਦਾ ਜਸ ਕੀਤਾ। ਹੁਣ ਭਾਈ ਗੁਰਦਾਸ ਜੀ ਨੇ ਤੇ ਗੁਰੂ ਨਾਨਕ ਦੀ ਕਿੰਨੀ ਉਪਮਾ ਲਿਖੀ ਹੈ। ਭਾਈ ਗੁਰਦਾਸ ਜੀ ਲਿਖਦੇ ਨਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪਿਆ ਹਨੇਰ ਪਲੋਆ।
ਭਾਈ ਗੁਰਦਾਸ ਜੀ ਲਿਖਦੇ ਆ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਇਹ ਜਿਹੜੀ ਗੁਰੂ ਨਾਨਕ ਦੀ ਵਡਿਆਈ ਇੰਨੀ ਜ਼ਿਆਦਾ ਭਾਈ ਗੁਰਦਾਸ ਨੇ ਕੀਤੀ ਹੈ। ਬਾਕੀ ਗੁਰੂਆਂ ਦੀ ਸਿਫਤ ਕੀਤੀ ਹੈ। ਮਹਾਰਾਜ ਇਹ ਬਾਣੀ ਭਾਈ ਗੁਰਦਾਸ ਦੀ ਵੀ ਕੱਚੀ ਹੈ ਕਿ ਸੱਚੀ ਹੈ? ਇਹ ਕਿਰਪਾ ਕਰਕੇ ਨਿਰਣਾ ਕਰਕੇ ਦੱਸੋ। ਪਰਮੇਸ਼ਰ ਸੰਬੰਧੀ ਅਜ ਜੇ ਅਵਤਾਰਾ। ਜਿਸ ਬਾਣੀ 'ਚ ਪ੍ਰਮਾਤਮਾ ਦੀ ਗੱਲ ਹੁੰਦੀ ਹੈ, ਜਿਸ ਬਾਣੀ ਦੇ ਵਿੱਚ ਰੱਬ ਦੀ ਗੱਲ ਹੁੰਦੀ ਹੈ, ਜਿਸ ਬਾਣੀ ਦੇ ਵਿੱਚ ਰੱਬ ਦੇ ਅਵਤਾਰਾਂ ਦੀ ਕਥਾ ਹੁੰਦੀ ਹੈ, ਜਿਹੜੇ ਪ੍ਰਮਾਤਮਾ ਦੇ ਭਗਤ ਸੰਤ ਮਹਾਂਪੁਰਸ਼ ਹੋਏ ਨੇ, ਅਵਤਾਰ ਹੋਏ ਨੇ, ਜਿਨ੍ਹਾਂ ਨੇ ਦੁਨੀਆ ਨੂੰ ਰੱਬ ਦਾ ਗਿਆਨ ਦਿੱਤਾ ਹੈ, ਉਹ ਭਾਵੇਂ ਕਿਸੇ ਯੁੱਗ ਵਿੱਚ ਵੀ ਹੋਏ ਹੋਣ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਬੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਾਇਓ। ਇਹ ਚੌਹਾਂ ਯੁੱਗਾਂ ਦੇ ਮਹਾਂਪੁਰਸ਼ ਹੋਏ ਨੇ, ਅਵਤਾਰ ਹੋਏ ਨੇ। ਮਹਾਰਾਜ ਇਹਨਾਂ ਦੀ ਬਾਣੀ, ਇਹਨਾਂ ਦੀ ਕਥਾ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ? ਹਾਂਜੀ। ਕਰੀ ਇਨਹੂ ਕੀ ਜਿਨ ਕਥਾ ਸੰਗਰਾਮ ਅਖਾਰਾ। ਜਿਨ੍ਹਾਂ ਵਿੱਚ ਉਹਨਾਂ ਅਵਤਾਰਾਂ ਦੇ ਪ੍ਰਸੰਗ ਆਉਂਦੇ ਨੇ, ਸਾਖੀਆਂ ਹੁੰਦੀਆਂ ਨੇ, ਇਤਿਹਾਸ ਆਉਂਦਾ ਹੈ, ਰਮਾਇਣ ਹੈ, ਮਹਾਂਭਾਰਤ ਹੈ, ਪੁਰਾਣ ਹਨ, ਅਤੇ ਜਿਹਦੇ ਵਿੱਚ ਗੁਰੂਆਂ ਦੀ ਕਥਾ ਲਿਖੀ ਜਾਂਦੀ, ਜਿਵੇਂ ਭਾਈ ਬਾਲੇ ਦੀ ਜਨਮ ਸਾਖੀ ਹੈ, ਜਾਂ ਹੋਰ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਹਨ। ਮਹਾਰਾਜ ਇਹ ਵੀ ਦੱਸੋ ਵੀ ਇਹ ਪੜ੍ਹਨੇ ਚਾਹੀਦੇ ਕਿ ਨਹੀਂ ਪੜ੍ਹਨੇ ਚਾਹੀਦੇ? ਹਾਂਜੀ। ਪੜ੍ਹੇ ਸੁਣੇ ਸਿੱਖ ਕਹਿ ਨਹੀਂ ਦੀਜੈ ਉਪਦੇਸ਼ਾ। ਮਹਾਰਾਜ ਇਹ ਕਿਰਪਾ ਕਰਕੇ ਦੱਸੋ ਵੀ ਗੁਰੂ ਕੇ ਸਿੱਖਾਂ ਨੂੰ ਇਤਿਹਾਸ ਦੇ ਗ੍ਰੰਥ ਪੜ੍ਹਨੇ ਚਾਹੀਦੇ ਹੈ ਕਿ ਨਹੀਂ ਪੜ੍ਹਨੇ ਚਾਹੀਦੇ? ਗੁਰੂ ਕੇ ਸਿੱਖਾਂ ਨੂੰ ਭਾਈ ਗੁਰਦਾਸ ਦੀ ਬਾਣੀ ਜਾਂ ਹੋਰ ਮਹਾਂਪੁਰਸ਼ਾਂ ਦੇ ਗ੍ਰੰਥ, ਧਾਰਮਿਕ ਗ੍ਰੰਥ, ਉਹ ਪੜ੍ਹਨੇ ਚਾਹੀਦੇ ਆ ਕਿ ਨਹੀਂ ਪੜ੍ਹਨੇ ਚਾਹੀਦੇ? ਇਹ ਕਿਰਪਾ ਕਰਕੇ ਨਿਰਣਾ ਕਰਕੇ ਦੱਸੋ, ਕਿਉਂਕਿ ਭੁਲੇਖਾ ਪੈ ਜਾਂਦਾ ਸਾਨੂੰ ਵੀ ਗੁਰੂ ਅਮਰਦਾਸ ਤਾਂ ਕਹਿੰਦੇ ਵੀ ਸਤਿਗੁਰੂ ਤੋਂ ਬਿਨਾਂ ਹੋਰ ਸਾਰੀ ਬਾਣੀ ਕੱਚੀ ਹੈ, ਫਿਰ ਭਾਈ ਗੁਰਦਾਸ ਦੀ ਬਾਣੀ ਦਾ ਕੀ ਕਰੀਏ? ਜਾਂ ਜਿਹਦੇ ਵਿੱਚ ਗੁਰੂ ਦਾ ਇਤਿਹਾਸ ਲਿਖਿਆ ਹੋਵੇਗਾ ਉਸ ਬਾਣੀ ਦਾ ਕੀ ਕਰੀਏ? ਜਾਂ ਜਿਹਦੇ ਵਿੱਚ ਪੁਰਾਣੇ ਰਿਸ਼ੀਆਂ ਮੁਨੀਆਂ ਅਵਤਾਰਾਂ ਦੇ ਪ੍ਰਸੰਗ ਲਿਖੇ ਨੇ, ਉਹ ਗ੍ਰੰਥਾਂ ਦਾ ਕੀ ਕਰੀਏ? ਸਾਨੂੰ ਸਾਰਾ ਨਿਰਣਾ ਕਰਕੇ ਸਮਝਾਓ। ਬੋਲੇ ਕਿਰਪਾ ਵਿਧਾਨ ਗੁਰ ਤਿਖ ਤਖਤ ਕਲੇਸ਼ਾ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੰਗਤ ਦੀ, ਸਿੱਖ ਦੀ ਬੇਨਤੀ ਸੁਣ ਕੇ ਸਾਡੇ ਸਾਰਿਆਂ ਨੂੰ ਰਸਤਾ ਦੱਸਣ ਲਈ ਬੋਲਦੇ ਇੱਕ ਪ੍ਰਥਾਏ ਨੇ, ਉਪਦੇਸ਼ ਸਾਰੀ ਦੁਨੀਆ ਲਈ ਸਾਂਝਾ ਹੁੰਦਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਮਹਾਂਪੁਰਸ਼ ਇੱਕ ਬੰਦੇ ਨੂੰ ਰਾਹ ਜਾਂਦੇ ਨੂੰ ਕਹਿ ਦੇ ਨੇ ਕਿ ਕਾਕਾ ਰਸਤੇ 'ਚੋਂ ਕੰਡੇ ਚੁੱਕ ਦੇ, ਉਹਨੇ ਕੰਡੇ ਚੁੱਕ ਦਿੱਤੇ। ਉਹਦਾ ਮਤਲਬ ਇਹ ਨਹੀਂ ਵੀ ਉਹ ਉਪਦੇਸ਼ ਉਹਦੇ ਵਾਸਤੇ ਹੀ ਹੈ, ਸਾਨੂੰ ਸਾਰਿਆਂ ਨੂੰ ਹੀ ਕਹਿ ਗਏ ਨੇ ਵੀ ਰਸਤੇ 'ਚੋਂ ਕੰਡੇ ਚੁੱਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਇੱਕ ਜਰੀਆ ਬਣਿਆ ਉਪਦੇਸ਼ ਦੇਣ ਦਾ ਵੀ ਕਾਕਾ ਕੰਮ ਕਰਦੇ। ਜੇ ਉਹਨੇ ਕਰਤਾ ਤਾਂ ਉਹਨੇ ਚੰਗਾ ਕੀਤਾ, ਮਹਾਂਪੁਰਸ਼ ਨੇ ਚੰਗਾ ਕਹਿਣ ਲਈ ਕਿਹਾ, ਕਰਨ ਲਈ ਕਿਹਾ। ਹੁਣ ਉਹ ਸਾਨੂੰ ਸਾਰਿਆਂ ਨੂੰ ਕਿਹਾ, ਇਹ ਤਾਂ ਨਹੀਂ ਵੀ ਉਹਨੂੰ ਹੀ ਕਿਹਾ ਕਰਨ ਨੂੰ। ਮਹਾਂਪੁਰਸ਼ਾਂ ਦਾ ਉਪਦੇਸ਼ ਸਾਰੀ ਦੁਨੀਆ ਲਈ ਸਾਂਝਾ ਹੁੰਦਾ। ਮਹਾਰਾਜ ਕਿਰਪਾ ਕਰੋ, ਉਪਦੇਸ਼ ਦਿਓ, ਇਹ ਦੱਸੋ ਵੀ ਸਤਿਗੁਰੂ ਜੀ ਦੀ ਬਾਣੀ ਤੇ ਬਾਕੀ ਜਿਹੜੇ ਮਹਾਂਪੁਰਸ਼ਾਂ ਦੀ ਬਾਣੀ ਆ ਉਹਨੂੰ ਕਿਵੇਂ ਪੜ੍ਹੀਏ? ਹਾਂਜੀ। ਗੁਰਬਾਣੀ ਸਰਬੋਤਮਾ ਨਿਤ ਪ੍ਰਤ ਅਭਿਆਸ ਹੈ। ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਗੁਰੂ ਕੇ ਸਿੱਖ ਲਈ ਸਭ ਤੋਂ ਉੱਤਮ ਗੁਰੂ ਕੀ ਬਾਣੀ ਹੈ। ਆਖੋ ਸ੍ਰੀ ਗੁਰਬਾਣੀ ਸਰਵੋਤਮਾ, ਗੁਰਬਾਣੀ ਸਭ ਤੋਂ ਉੱਪਰ ਹੈ। ਇਹ ਗੁਰੂ ਕੀ ਬਾਣੀ ਧੁਰ ਕੀ ਬਾਣੀ। ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਦੁਨੀਆ ਦੇ ਆਪ ਆਏ ਨੇ। ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤੇ ਉਹਨਾਂ ਦੀ ਬਾਣੀ ਦਾ ਅਭਿਆਸ ਨਿਤ ਪ੍ਰਤ ਅਭਿਆਸ ਹੈ। ਐਵਰੀ ਡੇ, ਹਰ ਰੋਜ਼ ਗੁਰੂ ਕੀ ਬਾਣੀ ਦਾ ਅਭਿਆਸ ਕਰੇ। ਇਹ ਨਹੀਂ ਵੀ ਸਾਧ ਸੰਗਤ ਜੀ ਸਾਲ ਪਿੱਛੋਂ ਕਦੀ ਜਪਜੀ ਸਾਹਿਬ ਪੜ੍ਹ ਲਿਆ, ਕਦੀ ਗੁਰਦੁਆਰੇ ਭੇਟਾ ਦੇ ਛੱਡੀ, ਬਾਬਾ ਜੀ ਪਾਠ ਕਰਦੇ ਆ ਜੇ ਸਾਡੇ, ਤੇ ਨਹੀਂ, ਇਹ ਸਾਡਾ ਆਪਣਾ ਕੰਮ ਜੇ। ਆਖੋ ਸਤਨਾਮ ਸ੍ਰੀ ਆਪ ਅਭਿਆਸ ਕਰਨਾ ਜੇ। ਇੱਥੇ ਆ ਗਏ ਅੱਜ ਖਾਲਸੇ ਪੰਥ ਨੂੰ ਮਾਰ ਪੈ ਰਹੀ, ਇੱਥੇ ਅਸੀਂ ਥੋੜ੍ਹੇ ਜਿਹੇ ਫੇਲ ਹੋਇਆ, ਹੋਰ ਤਾਂ ਕੋਈ ਗੱਲ ਨਹੀਂ। ਜੇ ਸਾਡੇ ਘਰਾਂ ਵਿੱਚ ਗੁਰਬਾਣੀ 2-2.5 ਘੰਟੇ ਰੋਜ਼ ਕੋਈ ਪੜ੍ਹੇ, ਘੰਟਾ 2 ਘੰਟੇ ਵੀ ਪੜ੍ਹੇ, ਸੋ ਨਿਤਨੇਮ ਵੀ ਕਰ ਲੈ, 5 ਬਾਣੀਆਂ ਦਾ, ਕੋਈ ਸੁਖਮਨੀ ਸਾਹਿਬ ਵੀ ਕਰ ਲਵੇ, ਕੋਈ ਆਸਾ ਦੀ ਵਾਰ, 2.5 ਘੰਟੇ ਦਾ ਹਰ ਇੱਕ ਸਿੱਖ ਦਾ ਦਸਵੰਧ ਬਣਦਾ ਹੀ ਹੈ।
ਜੇ ਆਪਾਂ ਦਸਵੰਧ ਕੱਢਦੇ ਹਾਂ ਪੈਸੇ ਦਾ, ਟਾਈਮ ਦਾ ਦਸਵੰਧ ਨਹੀਂ ਕੱਢਣਾ। ਟਾਈਮ ਤਾਂ ਬਹੁਤ ਕੀਮਤੀ ਹੈ ਨਾ, ਟਾਈਮ ਇਜ਼ ਮਨੀ। ਪੈਸਾ ਅਸਲ ਪੈਸਾ ਮਨੀ ਨਹੀਂ ਹੈ, ਟਾਈਮ ਅਸਲੀ ਮਨੀ ਹੈ। ਉਹਦਾ ਵੀ ਦਸਵੰਧ ਕੱਢੇ, ਘੱਟੋ ਘੱਟ 2.5 ਘੰਟੇ ਦਾ ਬਣਦਾ ਹੀ ਹੈ। 24 ਘੰਟਿਆਂ 'ਚ ਗੁਰਬਾਣੀ ਪੜ੍ਹੇ। ਮਹਾਰਾਜ ਕਹਿੰਦੇ ਗੁਰਬਾਣੀ ਸਰਬੋਤਮਾ ਨਿਤ ਪ੍ਰਤੀ ਅਭਿਆਸ ਹੈ, ਐਵਰੀ ਡੇ, ਹਰ ਰੋਜ਼ ਅਭਿਆਸ ਕਰੇ। ਹਾਂਜੀ, ਅਰਥ ਵਿਚਾਰੈ ਦ੍ਰਿੜੈ ਮਨ, ਅਗਿਆਨਹਿ ਗ੍ਰਾਸੈ। ਗੁਰੂ ਕਾ ਸਿੱਖ ਗੁਰਬਾਣੀ ਦੇ ਪਾਠ ਹੀ ਕਰਾਂ ਕਰੇ, ਅਰਥ ਵੀ ਵਿਚਾਰੇ ਵੀ ਕੀ ਕਹਿ ਰਹੀ ਹੈ, ਉਪਦੇਸ਼ ਕੀ ਦੇ ਰਹੀ ਹੈ ਬਾਣੀ। ਪੰਕਤੀ ਪੰਕਤੀ ਵਿੱਚ ਅੰਮ੍ਰਿਤ ਭਰਿਆ ਹੋਇਆ, ਉਹਨੂੰ ਚੂਸੇ, ਉਹਦਾ ਰਸ ਮਾਣੇ। ਇਹ 4 ਪ੍ਰਕਾਰ ਦੇ ਸਰੋਤੇ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ ਕਹਿੰਦੇ ਸੀ। ਉਹ ਕਹਿੰਦੇ 4 ਤਰ੍ਹਾਂ ਦੇ ਸਰੋਤੇ, ਇੱਕ ਊਂਘੇ, ਗੁਰਦੁਆਰੇ ਬੈਠੇ ਸੁੱਤੇ ਹੀ ਰਹਿੰਦੇ ਹੈ, ਊਂਘਾਂ ਹੀ ਮਾਰੀ ਜਾਣੀਆਂ, ਊਂਘੇ। ਇੱਕ ਖੂੰਘੇ, ਖੁੰਘੀ ਜਾਣਾ, ਦੂਜਿਆਂ ਨੂੰ ਵੀ ਡਿਸਟਰਬ ਕਰਨਾ। ਇੱਕ ਸੂੰਘੇ, ਆ ਕੇ ਸੂੰਘਣਾ ਵੀ ਕੌਣ ਆਇਆ ਗੁਰਦੁਆਰੇ, ਦਾਲ ਕਿਹੜੀ ਬਣੀ ਹੈ, ਪਨੀਰ ਮਟਰ ਕਿਵੇਂ ਜਿਹਾ ਬਣਿਆ। ਉਹ ਸੁੰਘਣ ਵਾਲੇ ਹੁੰਦੇ ਆ। ਉੱਥੋਂ ਵੇਖ ਕੇ ਗੁਰਦੁਆਰੇ ਦਾ ਪ੍ਰਧਾਨ ਕੌਣ ਬਣਿਆ, ਕਮੇਟੀ ਕਿਹੜੀ ਬਦਲੀ ਹੈ, ਗ੍ਰੰਥੀ ਨੇ ਕੱਪੜੇ ਕਿਵੇਂ ਜਿਹੇ ਪਾਏ ਨੇ, ਮਹਾਰਾਜ ਦੇ ਰੁਮਾਲੇ ਕਿਵੇਂ ਜਿਹੇ ਲੱਗੇ ਨੇ, ਇਹੀ ਚੀਜ਼ਾਂ ਦੇਖ ਕੇ ਚਲੇ ਜਾਣ। ਚੌਥੇ ਹੁੰਦੇ ਨੇ ਚੂੰਘੇ, ਚੁੰਘਣ ਵਾਲੇ। ਉਹ ਚੁੰਘਦੇ ਆ ਬਾਣੀ ਨੂੰ, ਜਿਵੇਂ ਬੱਚਾ ਮਾਂ ਦਾ ਦੁੱਧ ਚੁੰਘਦਾ, ਇੱਦਾਂ ਉਹ ਗੁਰੂ ਕੀ ਬਾਣੀ ਦਾ ਰਸ ਪੀਂਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਦਾਂ ਰਸ ਪੀਣ ਵਾਲਾ ਬਣੇ ਗੁਰੂ ਘਰ ਵਿੱਚ ਆ ਕੇ। ਹਾਂਜੀ, ਅੰਮ੍ਰਿਤ ਵੇਲਾ ਉਠ ਪਠਨੇ ਕਰ ਕੰਠ ਕਨੇਰੇ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਜ਼ਰੂਰ ਪੜ੍ਹੇ, ਵੱਧ ਤੋਂ ਵੱਧ ਪੜ੍ਹੇ। 5 ਬਾਣੀਆਂ ਤੇ ਸਾਧ ਸੰਗਤ ਜੀ ਨਾਰਮਲ ਨੇ, ਘੱਟੋ ਘੱਟ ਨੇ। ਜੇ ਕਿਸੇ ਬੰਦੇ ਨੇ ਜੀਣਾ ਹੋਵੇ ਨਾ, ਮਾਤੜ ਤੋਂ ਮਾਤੜ ਨੇ, ਤੇ ਉਹਨੂੰ 2 ਰੋਟੀਆਂ ਦੁਪਹਿਰੀ, 2 ਸ਼ਾਮ ਨੂੰ, 2 ਸਵੇਰੇ ਬੜੀਆਂ ਹੁੰਦੀਆਂ। 2 ਪ੍ਰਸ਼ਾਦੇ ਸਵੇਰੇ ਛਕ ਲਏ, 2 ਦੁਪਹਿਰੀ ਛਕ ਲਏ, 2 ਸ਼ਾਮ ਨੂੰ। ਇਹ ਤੇ ਆਪਣੀ ਨਾਰਮਲ ਖੁਰਾਕ ਹੈ। ਅੱਛਾ, ਜੇ ਆਪਣੇ 'ਚ ਕਿਸੇ ਨੇ ਵੇਟ ਲਿਫਟਿੰਗ ਕਰਨੀ ਹੋਵੇ, ਕਬੱਡੀ ਖੇਡਣੀ ਹੋਵੇ, ਭਲਵਾਨੀ ਕਰਨੀ ਹੋਵੇ, ਫੇਰ 2 ਰੋਟੀਆਂ ਨਾਲ ਚੱਲੇਗਾ ਕੰਮ। ਫੇਰ ਤੇ ਬਦਾਮ ਤੇ ਬੜਾ ਕੁਝ ਫਿਰ ਛਕਣਾ ਪਏਗਾ, ਚੰਗੀ ਚੰਗੀ ਡਾਈਟ ਲੈਣੀ ਪਵੇਗੀ, ਵਧੀਆ ਖੁਰਾਕ ਖਾਵਾਂਗੇ ਤਾਂ ਹੀ ਕਬੱਡੀ ਖੇਡਾਂਗੇ, ਤਾਂ ਹੀ ਕੁਸ਼ਤੀ ਲੜਾਂਗੇ। ਇਸੇ ਤਰ੍ਹਾਂ ਜੇ ਤੇ ਨਾਰਮਲ ਜ਼ਿੰਦਗੀ ਸਿੱਖ ਨੂੰ 5 ਬਾਣੀਆਂ ਰਹਿ ਰਾਸ, ਇਹ ਨਾਰਮਲ ਹੈ, ਇਹ ਖੁਰਾਕ ਨਹੀਂ। ਖੁਰਾਕ ਫਿਰ ਕਿਹੜੀ ਹੈ? 5 ਬਾਣੀਆਂ ਤੋਂ ਵੱਧ ਕੇ ਸੁਖਮਣੀ ਸਾਹਿਬ ਹੈ, ਆਸਾ ਦੀ ਵਾਰ ਹੈ, ਚੰਡੀ ਦੀ ਵਾਰ ਹੈ, ਅਕਾਲ ਉਸਤਤ ਹੈ। ਜਿੰਨੀ ਗੁਰੂ ਦੀ ਬਾਣੀ ਫਿਰ ਪੜ੍ਹੋ, ਫਿਰ ਨਿਤਨੇਮ ਵਧਾਓ, ਨਾਮ ਜਪੋ, ਫਿਰ ਪਹਿਲਵਾਨ ਬਣੋਗੇ। ਆਖੋ ਸ੍ਰੀ ਬਾਬਾ ਦੀਪ ਸਿੰਘ ਬਣੋਗੇ, ਭਾਈ ਮਨੀ ਸਿੰਘ ਬਣੋਗੇ। ਉਹ ਤਾਂ ਬਣੋਗੇ ਜੇ ਆਪਣੀ ਐਕਸਟਰਾ ਖੁਰਾਕ ਹੋਵੇਗੀ, ਉਹ ਬਾਣੀ ਦੀ ਖੁਰਾਕ ਹੈ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਰੋਜ਼ ਬਾਣੀ ਦਾ ਅਭਿਆਸ ਕਰੇ ਤੇ ਕੰਠ ਕਰੇ ਘਨੇਰੇ, ਉਹਨੂੰ ਬਹੁਤ ਜ਼ਿਆਦਾ ਯਾਦ ਕਰੇ ਬਾਣੀ ਨੂੰ। ਬਾਣੀ ਕੰਠ ਕਰਨ ਵਾਸਤੇ ਪੁਰਾਣੇ ਸਿੰਘ ਬੜਾ ਜ਼ੋਰ ਦਿੰਦੇ ਸੀ, ਕਹਿੰਦੇ 1 ਸ਼ਬਦ ਰੋਜ਼ ਘੱਟੋ ਘੱਟ ਕੰਠ ਕਰ ਲਓ। ਮਹੀਨੇ 'ਚ 30 ਸ਼ਬਦ ਕੰਠ ਹੋ ਜਾਂਦੇ ਹੈ। ਚਲੋ 1 ਸ਼ਬਦ ਰੋਜ਼ ਨਹੀਂ ਹੁੰਦਾ, ਹਫ਼ਤੇ 'ਚ ਕੰਠ ਕਰ ਲਓ। 1 ਪੰਕਤੀ ਕੰਠ ਕਰ ਲਓ ਤੇ ਹਫ਼ਤੇ 'ਚ 1 ਸ਼ਬਦ ਆਰਾਮ ਨਾਲ ਹੋ ਜਾਏਗਾ। ਮਹੀਨੇ ਦੇ 4 ਸ਼ਬਦ ਹੀ ਹੋ ਜਾਣਗੇ, ਕਿੰਨਾ ਫਰਕ ਹੈ। ਨਾ ਕਰਨ ਨਾਲੋਂ ਤਾਂ ਚੰਗਾ। ਕਹਿੰਦੇ ਕੰਠ ਕਰਨੀ ਗੁਰਬਾਣੀ। ਹਾਂਜੀ, ਮਹਾਤਮ ਪ੍ਰਾਪਤੀ ਮਨ ਪ੍ਰੇਮ ਵਡੇਰੇ। ਇਹ ਸ਼ਬਦ ਕੰਠ ਕਰਨ ਨਾਲ, ਬਾਣੀ ਕੰਠ ਕਰਨ ਨਾਲ ਮਹਾਤਮ ਦੀ ਪ੍ਰਾਪਤੀ ਹੋਵੇਗੀ। ਮਨ ਵਿੱਚ ਪਰਮੇਸ਼ਰ ਦਾ ਪ੍ਰੇਮ ਪੈਦਾ ਹੋਵੇਗਾ। ਹਾਂਜੀ, ਬਾਣੀ ਅਪਰ ਕਵੀਨ ਕੀ ਮਦਿਅਮ ਸੋ ਜਾਨਾ। ਕਹਿੰਦੇ ਜਿਹੜੇ ਦੂਜੇ ਕਵੀਆਂ ਦੀ ਬਾਣੀ ਹੈ, ਇੱਕ ਤਾਂ ਗੁਰੂ ਕੀ ਬਾਣੀ ਹੈ, ਦੂਜੇ ਕਵੀਆਂ ਦੀ ਬਾਣੀ ਹੈ। ਜਿਵੇਂ ਹੁਣ ਭਾਈ ਸੰਤੋਖ ਸਿੰਘ ਜੀ ਦੀ ਬਾਣੀ ਹੈ, ਭਾਈ ਗੁਰਦਾਸ ਜੀ ਦੀ ਬਾਣੀ ਹੈ, ਹੋਰ ਮਹਾਂਪੁਰਸ਼ਾਂ ਕਵੀਆਂ ਦੀ ਬਾਣੀ ਹੈ ਜਿਹੜੀ ਉਹ ਮੱਧਮ ਹੈ, ਯਾਨੀ ਗੁਰਬਾਣੀ ਉੱਪਰ ਹੈ, ਉਸ ਤੋਂ ਦੂਸਰਾ ਦਰਜਾ ਗੁਰੂ ਕੇ ਕਵੀਆਂ ਦੀ ਬਾਣੀ ਹੈ। ਹਾਂਜੀ, ਅਵਤਾਰਨ ਪ੍ਰਭ ਕੋ ਕਥਨ ਗੁਣ ਆਦਿਕ ਵਿਗਿਆਨੋ। ਜਿਨ੍ਹਾਂ ਵਿੱਚ ਗੁਰੂ ਦੇ ਅਵਤਾਰਾਂ ਦੀ ਕਥਾ ਆਉਂਦੀ ਹੈ, 10 ਪਾਤਸ਼ਾਹੀਆਂ ਦੀ ਕਥਾ ਹੁੰਦੀ ਹੈ, ਸ਼ਹੀਦਾਂ ਸਿੰਘਾਂ ਦੀ ਕਥਾ ਹੁੰਦੀ ਹੈ, ਬਾਬਾ ਬੁੱਢਾ ਜੀ ਦੀ ਕਥਾ ਹੁੰਦੀ ਹੈ, ਜਾਂ ਹੋਰ ਮਹਾਂਪੁਰਸ਼ ਜਿਹੜੇ ਧਰੂਪ ਪ੍ਰਹਲਾਦ ਵਰਗੇ ਹੁਣ ਪਿੱਛੇ ਵੀ ਤਾਂ ਹੋਏ ਨੇ। ਬਾਣੀ 'ਚ ਆਉਂਦਾ ਨਾ, ਰਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਲਾਦ ਜਪਿਓ ਹਰ ਜੈਸੇ। ਹੁਣ ਧਰੂਪ ਪ੍ਰਹਲਾਦ ਪੜ੍ਹ ਤਾਂ ਲਿਆ, ਤੇ ਧਰੂਪ ਪ੍ਰਹਲਾਦ ਦੀ ਕਥਾ ਦਾ ਪਤਾ ਹੋਵੇਗਾ ਤਾਂ ਹੀ ਆਪਾਂ ਜਪਾਂਗੇ ਨਾ ਉਹਨਾਂ ਦੀ ਤਰ੍ਹਾਂ।
ਤੇ ਧਰੂਪ ਪ੍ਰਹਲਾਦ ਦੀ ਕਥਾ ਜਿਨ੍ਹਾਂ ਗ੍ਰੰਥਾਂ 'ਚ ਲਿਖੀ ਹੈ ਉਹਨਾਂ ਨੂੰ ਵੀ ਪੜ੍ਹਨਾ ਪਏਗਾ। ਆਖੋ ਸ੍ਰੀ ਵਾਹਿਗੁਰੂ। ਭਗਤੀ ਤਾਂ ਇੰਨਾ ਹੀ ਆਇਆ ਨਾ, ਰਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਲਾਦ ਜਪਿਓ ਹਰ ਜੈਸੇ। ਹੁਣ ਬੱਚੇ ਨੂੰ, ਇਸ ਛੋਟੇ ਜਿਹੇ ਬੱਚੇ ਨੂੰ ਕਹਿ ਦਿਓ ਵੀ ਧਰੂਪ ਪ੍ਰਹਲਾਦ ਦੀ ਤਰ੍ਹਾਂ ਤੂੰ ਨਾਮ ਜਪ, ਉਹ ਕਹੇਗਾ ਮੈਨੂੰ ਕੀ ਪਤਾ ਧਰੂਪ ਭਗਤ ਨਾਮ ਕਿਵੇਂ ਜਪਿਆ ਸੀ। ਫਿਰ ਆਪਾਂ ਉਹਨੂੰ ਉਹਦੀ ਕਥਾ ਸੁਣਾਵਾਂਗੇ ਵੀ 5 ਸਾਲ ਦਾ ਬੱਚਾ ਸੀ, ਇੱਦਾਂ ਇੱਦਾਂ ਉਹਨੇ ਭਗਤੀ ਕੀਤੀ ਸੀ। ਪ੍ਰਹਲਾਦ ਭਗਤ 5 ਸਾਲ ਦਾ ਸੀ, ਉਹਦੇ ਪਿਓ ਨੇ ਉਹਦੇ 'ਤੇ ਸਖਤੀ ਕੀਤੀ ਸੀ। ਉਹ ਫਿਰ ਦੱਸਾਂਗੇ ਨਾ ਆਪਾਂ ਉਹ ਕਥਾ। ਉਹ ਵੀ ਕਥਾ ਦੂਜੇ ਨੰਬਰ 'ਤੇ ਗੁਰਬਾਣੀ ਤੋਂ ਬਾਅਦ ਇਹ ਕਥਾ ਜ਼ਰੂਰੀ ਹੈ ਇਤਿਹਾਸ ਦੀ। ਜੇ ਗੁਰਦੁਆਰੇ 'ਚ ਇਤਿਹਾਸ ਦੀ ਕਥਾ ਬੰਦ ਕਰ ਦਿਓ, ਅੱਜ ਕੱਲ੍ਹ ਕਈ ਇਹੀ ਕਹੀ ਜਾਂਦੇ ਆ ਵੀ ਗੁਰਬਾਣੀ ਦੀ ਕਥਾ ਕਰਨੀ ਹੈ ਜੀ, ਅਸੀਂ ਇਤਿਹਾਸ ਦੀ ਕਥਾ ਬੰਦ ਕਰਨੀ। ਜੇ ਇਤਿਹਾਸ ਦੀ ਕਥਾ ਬੰਦ ਕਰ ਦਿਓਗੇ ਤੁਹਾਨੂੰ ਪਤਾ ਕਿਵੇਂ ਲੱਗੇਗਾ ਕਿ 10 ਗੁਰੂ ਕਿੱਥੇ ਹੋਏ, ਕਿਵੇਂ ਹੋਏ, ਕੀ ਉਹਨਾਂ ਨੇ ਕੀਤਾ, ਸ਼ਹੀਦਾਂ ਸਿੰਘਾਂ ਦਾ ਇਤਿਹਾਸ ਕੀ ਹੈ, ਗੁਰੂਆਂ ਦਾ ਇਤਿਹਾਸ ਕੀ ਹੈ। ਇਸ ਕਰਕੇ ਜਿਹੜੀ ਕਵੀਆਂ ਦੀ ਬਾਣੀ ਹੈ ਗੁਰੂ ਦੀ ਬਾਣੀ ਦੇ ਬਰਾਬਰ ਤਾਂ ਨਹੀਂ ਹੈ। ਗੁਰਬਾਣੀ ਉੱਤੇ ਹੈ ਪਰ ਦੂਜੀ ਮੱਧਮ ਦਰਜਾ ਉਹਨਾਂ ਦਾ ਜ਼ਰੂਰੀ ਹੈ। ਜਿਵੇਂ ਆਪਾਂ ਚੁਬਾਰੇ 'ਤੇ ਚੜ੍ਹੇ ਹਾਂ, ਛਾਲ ਮਾਰ ਕੇ ਤੇ ਨਹੀਂ ਚੜ੍ਹੇ, ਪੌੜੀ ਪੌੜੀ ਚੜ੍ਹੇ ਆ ਕਿ ਨਹੀਂ। ਥੱਲਿਓਂ ਆਪਾਂ ਸਿੱਧਾ ਹੀ ਪੈਰ ਉੱਤੇ ਰੱਖ ਕੇ ਤੇ ਨਹੀਂ ਆ ਗਏ, ਪੌੜੀ ਪੌੜੀ ਚੜ੍ਹੇ ਆ। ਚੁਬਾਰੇ ਚੜ੍ਹਨਾ ਇਹ ਪੌੜੀਆਂ ਨੇ ਸਾਰੀਆਂ। ਏਤ ਰਾਹੇ ਪਤ ਪਵੜੀਆਂ ਚੜ੍ਹੀਏ ਹੋਏ ਇਕੀਸ। ਬੱਚਾ ਪਹਿਲੇ ਦਿਨ ਗੁਰਦੁਆਰੇ ਆਵੇਗਾ, ਕਥਾ ਸੁਣੇਗਾ, ਇਤਿਹਾਸ ਸੁਣੇਗਾ, ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣੇਗਾ, ਫਿਰ ਉਹਦੇ ਮਨ 'ਚ ਸ਼ਰਧਾ ਪੈਦਾ ਹੋਵੇ। ਹਾਂਜੀ, ਗੁਰਬਾਣੀ ਸੋ ਮਤ ਮਿਲਹਿ ਕਹਿ ਜਸ ਗੁਰ ਤੇਰਾ। ਕਹਿੰਦੇ ਜਿਸ ਬਾਣੀ ਦਾ ਮਤ ਗੁਰੂ ਦੀ ਬਾਣੀ ਨਾਲ ਮਿਲਦਾ ਹੋਵੇ, ਵਿਚਾਰ ਰਲਦੇ ਹੋਣ, ਇੱਕ ਮਤ ਹੋਵੇ ਜਿਹਦੇ 'ਚ ਗੁਰੂ ਦਾ ਜਸ ਹੋਵੇ। ਪਠੈ ਸੁਣੈ ਸੋ ਭੀ ਸੁਖਦ ਸਿਮਰਹਿ ਸਭ ਵੇਰਾ। ਗੁਰੂ ਕੇ ਸਿੱਖ ਕਵੀਆਂ ਦੀ ਬਾਣੀ ਵੀ ਪੜ੍ਹ ਸਕਦੇ ਆ। ਕਵੀਆਂ ਦੀ ਬਾਣੀ ਪੜ੍ਹਨ ਨਾਲ, ਗੁਰੂ ਦਾ ਜਸ ਸੁਣਨ ਨਾਲ, ਗੁਰੂ ਦੀ ਕਥਾ ਸੁਣਨ ਨਾਲ, ਇਤਿਹਾਸ ਸੁਣਨ ਨਾਲ ਮਨ ਨੂੰ ਬੜਾ ਭਾਰੀ ਸੁੱਖ ਦੇਵੇਗਾ। ਜਿਹੜਾ ਕਥਾ ਸੁਣੇਗਾ ਉਹਦੇ ਮੂੰਹ ਤੋਂ ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਨਿਕਲੇਗਾ, ਉਹਦਾ ਸਿਮਰਨ ਚੱਲੇਗਾ। ਜਿਹੜੀ ਹੁਣ ਤੁਸੀਂ ਕਥਾ ਸੁਣ ਰਹੇ ਹੋ ਸਾਰੀ ਤਾਂ ਨਹੀਂ ਭੁੱਲ ਜਾਣੀ, ਕੁਝ ਤੇ ਅੱਖਰ ਯਾਦ ਰਹਿਣਗੇ ਘਰ ਜਾਂਦਿਆਂ ਤੱਕ, ਤੇ ਸਿਮਰਨ ਹੀ ਹੈ ਨਾ। ਯਾਦ ਹੀ ਸਿਮਰਨ ਹੁੰਦਾ। ਸਿਮਰਨ ਇਹ ਨਹੀਂ ਹੁੰਦਾ ਵੀ ਮੂੰਹ ਤੋਂ ਵਾਹਿਗੁਰੂ 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 ਜਪ ਰਹੇ ਆ, ਧਿਆਨ ਕਿਤੇ ਹੋਰ ਗਿਆ ਹੋਇਆ। ਨਹੀਂ, ਸਿਮਰਨ ਦਾ ਮਤ ਇਹ ਜਪ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਪ ਹੈ। ਇਹ ਪਹਿਲਾ ਸਟੈਪ ਹੈ, ਇਹ ਵੀ ਜ਼ਰੂਰੀ ਹੈ। ਵਾਹਿਗੁਰੂ 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 ਇਹ ਜੀਵ ਨਾਲ ਕਰਨਾ ਪੈਣਾ। ਤੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਢੀ ਹੈ। ਤੇ ਜੇ ਸਿਮਰਨ ਦੀ ਗੱਲ ਹੈ ਤੇ ਸਿਮਰਨ ਇਸ ਤੋਂ ਉੱਪਰਲੀ ਗੱਲ ਹੈ, ਉਹ ਹੈ ਸਿਮਰਨ ਮੈਨੇ ਯਾਦ ਹੀ ਬਣ ਜਾਣਾ। ਹੁਣ ਤੁਸੀਂ ਕਥਾ ਸੁਣ ਰਹੇ ਹੋ, ਤੁਹਾਨੂੰ ਗੁਰੂ ਅਰਜਨ ਦੇਵ ਜੀ ਯਾਦ ਆ ਰਹੇ ਨੇ। ਬਾਹਰ ਵੀ ਜਾਓਗੇ ਦੁਬਾਰਾ ਇਹਨੂੰ ਸੁਣੋਗੇ, ਦਿਮਾਗ 'ਚ ਲਿਆਓਗੇ, ਯਾਦ ਆਵੇਗੀ। ਇਹਨੂੰ ਸਿਮਰਨ ਕਹਿੰਦੇ ਆ। ਹਾਂਜੀ, ਬਾਣੀ ਅਪਰ ਅਨੇਕ ਹੈ ਬਹੁ ਭਾਂਤ ਕਹਾਣੀ। ਬਾਣੀਆਂ ਤੇ ਬੜੀਆਂ ਨੇ, ਬੜੇ ਬੜੇ ਕਵੀਆਂ ਦੀਆਂ ਬਾਣੀਆਂ ਨੇ, ਉਹਨਾਂ ਦੇ ਗ੍ਰੰਥ ਨੇ, ਉਹਨਾਂ ਦੀਆਂ ਕਵਿਤਾਵਾਂ ਨੇ। ਲੱਖਾਂ ਹੀ ਕਵੀ ਹੋਏ ਨੇ, ਲੱਖਾਂ ਹੀ ਵਿਦਵਾਨ ਹੋਏ, ਉਹਨਾਂ ਨੇ ਆਪਣੀ ਆਪਣੀ ਬਾਣੀ ਰਚੀ ਹੈ। ਤੇ ਉਹਨਾਂ 'ਚ ਬੜੀਆਂ ਰੰਗ ਬਿਰੰਗੀਆਂ ਕਹਾਣੀਆਂ ਲਿਖੀਆਂ ਨੇ। ਕਿਸੇ ਨੇ ਰਾਂਝੇ ਦੀ, ਕਿਸੇ ਨੇ ਹੀਰ ਦੀ, ਉਹ ਵੀ ਕਹਾਣੀ ਲਿਖੀ ਹੈ। ਪਰ ਗੁਰੂ ਕੇ ਸਿੱਖਾਂ ਨੇ ਕਿਹੜੀ ਪੜ੍ਹਨੀ ਹੈ? ਜਿਹਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੋਵੇ, ਮਨ ਭਗਤੀ ਦੇ ਰੰਗ 'ਚ ਰੰਗਿਆ ਜਾਵੇ, ਉਹ ਬਣਨੀ ਹੈ। ਜਿਹੜੀ ਮਨ 'ਚ ਕਾਮ ਪੈਦਾ ਕਰੇ, ਕ੍ਰੋਧ ਪੈਦਾ ਕਰੇ, ਲੋਭ ਪੈਦਾ ਕਰੇ, ਹੰਕਾਰ ਪੈਦਾ ਕਰੇ, ਉਹ ਬਾਣੀ ਗੁਰੂ ਕੇ ਸਿੱਖ ਨੇ ਸੁਣਨੀ ਵੀ ਨਹੀਂ, ਉਹ ਪੜ੍ਹਦੀ ਵੀ ਨਹੀਂ। ਕਹਿੰਦੇ ਕੱਚੇ, ਸੁਣਦੇ ਕੱਚੇ। ਹਾਂਜੀ, ਸਤਿਗੁਰ ਮਤ ਕੇ ਬਾਹਰੀ ਗਣ ਅਵਗੁਣ ਸਾਣੀ। ਜਿਹੜੀ ਗੁਰੂ ਦੇ ਮਤ ਤੋਂ ਬਾਹਰ ਦੀ ਹੈ, ਔਗਣ ਭਰੇ ਪਏ ਨੇ ਮਨ ਵਿੱਚ, ਵਾਸ਼ਨਾ ਹੀ ਪੈਦਾ ਕਰੀ ਜਾਣੀ। ਆਹ ਸਾਡੇ ਘਰਾਂ 'ਚ ਟੈਲੀਵਿਜ਼ਨ 'ਤੇ ਕੀ ਗਾਣੇ ਹੀ ਸੁਣੀ ਜਾਂਦੇ, ਡੈਕ 'ਚ ਵੀ ਗਾਣੇ, ਗੱਡੀ 'ਚ ਵੀ ਗੰਦੇ ਗਾਣੇ। ਉਹ ਕੱਚੀ ਬਾਣੀ ਹੈ ਜਿਹੜੀ ਮਨ ਦੇ ਵਿੱਚ ਔਗਣ ਪੈਦਾ ਕਰਦੀ ਹੈ, ਵਿਕਾਰ ਪੈਦਾ ਕਰਦੀ ਹੈ। ਉਹ ਬਿਲਕੁਲ ਨਹੀਂ ਸੁਣਨੀ। ਸਭ ਤੋਂ ਉੱਤਮ ਤੇ ਗੁਰਬਾਣੀ ਹੈ। ਦੂਜੇ ਨੰਬਰ 'ਤੇ ਇਤਿਹਾਸ ਦੀ ਬਾਣੀ, ਜਿਹੜੀ ਭਾਈ ਸੰਤੋਖ ਸਿੰਘ ਵਰਗੇ, ਭਾਈ ਰਤਨ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਨੇ ਗੁਰੂਆਂ ਦਾ, ਸ਼ਹੀਦਾਂ ਦਾ ਜਸ ਲਿਖਿਆ, ਉਹ ਬਾਣੀ ਦੂਜੇ ਨੰਬਰ 'ਤੇ ਹੈ। ਉਹ ਵੀ ਸੁਣਨੀ ਹੈ, ਕਿਉਂਕਿ ਉਹਦੇ ਨਾਲ ਸਾਨੂੰ ਗੁਰੂ ਦਾ ਪਤਾ ਲੱਗਦਾ। ਤੇ ਜਿਹੜੇ ਵਿੱਚ ਗੰਦੇ ਗਾਣੇ ਨੇ, ਕਿਸੇ ਦੀ ਨਿੰਦਾ ਹੈ
ਜਾਂ ਮਨ 'ਚ ਕ੍ਰੋਧ ਆਉਂਦਾ, ਲੋਭ ਆਉਂਦਾ, ਹੰਕਾਰ ਆਉਂਦਾ, ਉਹ ਬਾਣੀ ਨਹੀਂ ਸੁਣਨੀ। ਹਾਂਜੀ। ਸੁਣੋ ਨਾ ਪਠੋ ਨਾ ਪ੍ਰੇਮ ਕਰ, ਅਵਗਤੀ ਉਚਾਰੈ। ਮਹਾਰਾਜ ਕਹਿੰਦੇ ਉਹ ਗਾਣੇ, ਗੰਦੇ ਗਾਣੇ ਨਾ ਸੁਣਨੇ ਨੇ, ਨਾ ਪੜ੍ਹਨੇ ਨੇ, ਕਿਉਂਕਿ ਉਹ ਬੰਦੇ ਨੂੰ ਨਰਕਾਂ 'ਚ ਲੈ ਜਾਂਦੇ ਨੇ, ਅਵਗਤੀ 'ਚ ਲੈ ਜਾਂਦੇ ਨੇ, ਥੱਲੇ ਕਰ ਦਿੰਦੇ ਨੇ ਬਿਰਤੀ ਨੂੰ। ਪਰਚਾ ਕਰੋ ਸੋ ਛੇਮ ਕੋ, ਜੋ ਦੁੱਖ ਬਿਨਸਾਵੈ। ਹਰ ਬੰਦੇ ਨੂੰ ਆਪਣੀ ਮੁਕਤੀ ਵਾਸਤੇ ਰੋਜ਼ ਯਤਨ ਕਰਨਾ ਚਾਹੀਦਾ, ਇਸੇ ਜਨਮ ਵਿੱਚ ਹੀ। ਅਗਲਾ ਜਨਮ ਪਤਾ ਨਹੀਂ ਮਿਲਣਾ ਨਹੀਂ ਮਿਲਣਾ ਬੰਦੇ ਦਾ, ਇਹੀ ਮੌਕਾ ਹੈ। ਇਸ ਕਰਕੇ ਆਪਣੀ ਮੁਕਤੀ ਲਈ ਮਹਾਰਾਜ ਕਹਿੰਦੇ ਰੋਜ਼ ਲੱਗੇ ਰਹੋ, ਜਿੰਨਾ ਹੁੰਦਾ ਕਰ ਲਓ। ਇਹ ਆਪਣਾ ਕੰਮ ਹੈ, ਦੂਜੇ ਦਾ ਨਹੀਂ। ਇਹਦੇ 'ਚ ਨਾ ਤੁਹਾਡੀ ਮਾਂ, ਨਾ ਤੁਹਾਡਾ ਪਿਓ, ਨਾ ਭੈਣ ਭਰਾ ਕੋਈ ਮਦਦ ਨਹੀਂ ਕਰੇਗਾ। ਹੋ ਸਕਦਾ ਇਹ ਕਹਿਣ ਵੀ ਛੱਡ ਪਰੇ, ਉਰੇ ਆ ਸਾਡੇ ਨਾਲ ਚੱਲ, ਇੱਧਰ ਰੋਕਣਗੇ, ਕਥਾ ਕੀਰਤਨ ਵੱਲੋਂ ਰੋਕਣਗੇ, ਪਰ ਨਹੀਂ, ਆਪਣੀ ਮੁਕਤੀ ਕਰਨੀ ਹੈ, ਆਪਣਾ ਭਲਾ। ਅੱਜ ਕੱਲ੍ਹ ਬੱਚਿਆਂ ਨੂੰ ਕਹੀਏ ਨਾ ਵੀ ਕਾਕਾ ਇਹ ਕੁੜੀ ਨਾਲ ਵਿਆਹ ਨਾ ਕਰਾ, ਕਹਿੰਦਾ ਮੇਰੀ ਲਾਈਫ ਹੈ, ਮੇਰੀ ਜ਼ਿੰਦਗੀ ਹੈ। ਪਿਓ ਨੂੰ ਵੀ ਜਵਾਬ ਦਿੰਦਾ ਮੈਂ ਤਾਂ ਇਹਦੇ ਨਾਲ ਹੀ ਕਰਾਵਾਂਗਾ। ਇੱਥੇ ਜਦੋਂ ਵਿਆਹ ਕਰਾਉਣਾ ਹੁੰਦਾ ਉਦੋਂ ਤੇ ਆਪਣੀ ਜ਼ਿੰਦਗੀ, ਤੇ ਜਦੋਂ ਗੁਰਦੁਆਰੇ ਜਾਣਾ ਹੁੰਦਾ ਤੇ ਬਾਪੂ ਨੂੰ ਪੁੱਛਣਾ, ਹੈਂ ਅੰਮ੍ਰਿਤ ਛਕ ਲਵਾਂ? ਉਹ ਨਾ 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 ਕਾਕਾ ਅੰਮ੍ਰਿਤ ਨਾ ਛਕੀ। ਉੱਥੇ ਫੈਸਲਾ ਲਿਆ ਕਰੋ ਨਾ ਵੀ ਅਸੀਂ ਤੇ ਗੁਰੂ ਦੇ ਬਣਨਾ, ਕਿਉਂਕਿ ਆਪਣੀ ਮੁਕਤੀ ਕਰਾਣੀ ਹੈ, ਆਪਣੀ ਜ਼ਿੰਦਗੀ, ਅਸਲੀ ਜ਼ਿੰਦਗੀ ਜੀਣੀ। ਅਸਲੀ ਜ਼ਿੰਦਗੀ ਆਤਮਿਕ ਜ਼ਿੰਦਗੀ ਹੈ। ਆਹ ਤਾਂ ਫਿਜ਼ੀਕਲ ਚੀਜ਼ਾਂ ਨੇ ਜਿਹੜੀਆਂ ਅਸੀਂ ਜਿਹਨਾਂ ਪਿੱਛੇ ਕਹਿੰਦੇ ਆਹ ਕਰ ਮੈਨੂੰ ਮਿਲ ਜਾਵੇ, ਆਹ ਗੱਡੀ ਮਿਲ ਜਾਵੇ, ਆਹ ਮਕਾਨ ਮਿਲ ਜਾਵੇ, ਆਹ ਲੜਕੀ ਮਿਲ ਜਾਵੇ, ਇਹ ਦੁਨਿਆਵੀ ਚੀਜ਼ਾਂ ਨੇ। ਆਪਣੀ ਮੁਕਤੀ ਲਈ ਯਤਨ ਕਰੋ, ਗੁਰੂ ਅਰਜਨ ਦੇਵ ਜੀ ਕਹਿੰਦੇ ਆ। ਹਾਂਜੀ। ਜੋ ਬਾਣੀ ਗੁਰਦਾਸ ਕੀ, ਗੁਰ ਮਹਿਮਾ ਭਾਰੀ। ਫਿਰ ਭਾਈ ਸਿੱਖਾ ਤੋਂ ਪੁੱਛਿਆ ਵੀ ਭਾਈ ਗੁਰਦਾਸ ਦੀ ਬਾਣੀ, ਕਹਿੰਦੇ ਇਹ ਜਿਹੜੀ ਬਾਣੀ ਹੈ ਨਾ ਭਾਈ ਗੁਰਦਾਸ ਦੀ ਬਾਣੀ, ਇਹ ਤਾਂ ਗੁਰ ਮਹਿਮਾ ਭਾਰੀ। ਇਹਦੇ 'ਚ ਗੁਰੂ ਦੀ ਵੱਡੀ ਮਹਿਮਾ ਲਿਖੀ ਹੈ, ਮਹਾਨ ਮਹਿਮਾ ਲਿਖੀ ਹੈ। ਇਹ ਬਾਣੀ ਤਾਂ ਗੁਰੂ ਕੀ ਬਾਣੀ ਦੀ ਕੁੰਜੀ ਹੈ। ਜਿਵੇਂ ਕੁੰਜੀ ਤੋਂ ਬਿਨਾਂ ਤਾਲਾ ਨਹੀਂ ਖੁੱਲਦਾ, ਭਾਈ ਗੁਰਦਾਸ ਦੀ ਬਾਣੀ ਤੋਂ ਬਿਨਾਂ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਜੇ ਗੁਰਬਾਣੀ ਨੂੰ ਸਮਝਣਾ ਹੈ ਨਾ ਤਾਂ ਭਾਈ ਗੁਰਦਾਸ ਦੀ ਬਾਣੀ ਥਰੂ ਸਮਝਿਆ ਜਾ ਸਕਦਾ। ਇਹ ਭਾਈ ਗੁਰਦਾਸ ਦੀ ਬਾਣੀ ਨੂੰ ਭਾਈ ਕਵੀਆਂ ਦੀ ਬਾਣੀ ਨਾ ਸਮਝੋ, ਇਹ ਵੀ ਸਾਡੀ ਹੀ ਬਾਣੀ ਹੈ। ਇਹ ਭਾਈ ਗੁਰਦਾਸ ਦੀ ਗੁਰੂ ਕੇ ਸਿੱਖ ਹਨ, ਇਹਨਾਂ ਦੀ ਬਾਣੀ ਗੁਰਬਾਣੀ ਦੀ ਕੁੰਜੀ ਹੈ। ਸਿੱਖੀ ਪ੍ਰਾਪਤ ਪਠੇ ਤੇ ਇਮ ਲਿਓ ਵਿਚਾਰੀ। ਇਹਨੂੰ ਪੜ੍ਹਨ ਨਾਲ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ। ਇਹ ਸਿੱਖੀ ਦਾ ਰਹਿਤਨਾਮਾ ਹੈ। ਭਾਈ ਗੁਰਦਾਸ ਨੇ ਲਿਖਿਆ ਨਾ ਗੁਰਸਿੱਖੀ ਦੀ ਮਰਜ਼ਾਦਾ ਕੀ ਹੈ, ਕਿ ਗੁਰੂ ਕੇ ਸਿੱਖ ਨੇ ਕਿਵੇਂ ਜੀਣਾ, ਅੰਮ੍ਰਿਤ ਵੇਲੇ ਕਿਵੇਂ ਉੱਠਣਾ, ਨਾਮ ਕਿਵੇਂ ਜਪਣਾ, ਬਾਣੀ ਕਿਵੇਂ ਪੜ੍ਹਨੀ, ਗੁਰੂ ਦੇ ਪੈਜ ਕਿਵੇਂ ਚੱਲਣਾ, ਸੇਵਾ ਕਿਵੇਂ ਕਰਨੀ ਹੈ, ਹੰਕਾਰ ਕਿਵੇਂ ਛੱਡਣਾ, ਇਹ ਭਾਈ ਗੁਰਦਾਸ ਦੱਸਦੇ। ਹਾਂਜੀ। ਇਮ ਕਹਿ ਲਗੇ ਵਿਚਾਰ ਨੇ, ਜਗ ਕੀ ਕਥਿਆਨਾ ਕਲਿਆਣਾ। ਮਹਾਰਾਜ ਇਸ ਤਰ੍ਹਾਂ ਕਹਿ ਕੇ ਹੁਣ ਸੋਚਣ ਲੱਗੇ ਗੁਰੂ ਅਰਜਨ ਦੇਵ ਜੀ ਵੀ ਦੁਨੀਆ ਦਾ ਕਲਿਆਣ ਕਿਵੇਂ ਹੋਵੇ, ਸੰਸਾਰ ਦਾ ਭਲਾ ਕਿਵੇਂ ਹੋਵੇ। ਲਿਖੀ ਪਖੀਰ ਭਵਿਖਤ ਵਾਰਤਾ ਹਮ ਹੀਐ ਹੋਏ ਦਸ ਖਾਨਾ। ਆਉਣ ਵਾਲਾ ਸਮਾਂ ਵੇਖਿਆ, ਕਿਉਂਕਿ ਬ੍ਰਹਮ ਗਿਆਨੀ ਕੈ ਮਨ ਪ੍ਰਗਾਸ, ਉਹਦੇ ਅੰਦਰ ਸਾਰਾ ਪ੍ਰਕਾਸ਼ ਹੁੰਦਾ। ਉਹਨੂੰ ਪਿਛਲੇ ਸਮੇਂ ਦਾ ਵੀ ਗਿਆਨ ਹੁੰਦਾ, ਬ੍ਰਹਮ ਗਿਆਨੀ ਨੂੰ ਆਉਣ ਵਾਲੇ ਸਮੇਂ ਦਾ ਵੀ ਗਿਆਨ ਹੁੰਦਾ। ਮਹਾਰਾਜ ਪੰਜਵੇਂ ਪਾਤਸ਼ਾਹ ਸੋਚਦੇ ਆ ਵੀ ਸਾਡੇ 10 ਰੂਪ ਹੋਣੇ ਨੇ, 10 ਥਾਂ ਤੇ ਅਸੀਂ ਵਰਤਣਾ ਹੈ, 10 ਜਾਮੇ ਗੁਰੂ ਨਾਨਕ ਨੇ ਧਾਰਨ ਕਰਨੇ ਨੇ। ਪੰਜਵੇਂ ਜਾਮੇ 'ਚ ਬੈਠੇ ਨੇ ਖੁਦ, ਅਜੇ 5 ਪਾਤਸ਼ਾਹੀਆਂ ਹੋਰ ਹੋਣੀਆਂ ਨੇ। ਹਾਂਜੀ। ਪਾਛੇ ਸਿੱਖੀ ਕਿਮ ਰਹਿ ਕਹਿ ਟੇਕੈ ਮਾਥਾ। ਤੇ 10ਵੇਂ ਪਾਤਸ਼ਾਹ ਤੋਂ ਬਾਅਦ ਸਿੱਖੀ ਕਿਵੇਂ ਰਹੇਗੀ, ਕਿਹਨੂੰ ਮੱਥਾ ਟੇਕਣਗੇ? ਮੂਰਤੀ ਬਣਾ ਲੈਣਗੇ, ਮੂਰਤੀ ਪੂਜਣਗੇ। ਜਿਸ ਤੋਂ ਗੁਰੂ ਨਾਨਕ ਨੇ ਰੋਕਿਆ ਉਹੀ ਕੰਮ ਕਰਨਗੇ। ਕਹਿੰਦੇ ਫਿਰ ਕਿਹਨੂੰ ਮੱਥਾ ਟੇਕਣਗੇ ਸਿੱਖ, ਕਿੱਥੇ ਇਕੱਠੇ ਹੋਣਗੇ, ਗੁਰਦੁਆਰੇ ਵਿੱਚ ਕੀ ਰੱਖਾਂਗੇ? ਹੁਣ ਤਾਂ ਅਸੀਂ ਬੈਠੇ ਹਾਂ, ਸਾਨੂੰ ਆ ਕੇ ਮੱਥਾ ਟੇਕਦੇ ਨੇ। 10ਵੇਂ ਜਾਮੇ ਤੱਕ ਵੀ ਗੁਰੂ ਸਾਹਿਬ ਹੋਣਗੇ, 10ਵੇਂ ਜਾਮੇ ਤੱਕ ਸੰਗਤਾਂ ਮੱਥਾ ਟੇਕਣਗੀਆਂ, ਬਾਅਦ 'ਚ ਕੀ ਕਰਨਗੀਆਂ? ਹਾਂਜੀ। ਸ਼ਬਦ ਨਿਰਾਲੇ ਕਿਵ ਰਹਿ ਮਿਲਹਿ ਨਾ ਕਹਿ ਮਾਥਾ। ਕਹਿੰਦੇ ਗੁਰੂ ਦੀ ਬਾਣੀ ਜਿਹੜੀ ਹੈ ਇਹ ਵੱਖਰੀ ਕਿਵੇਂ ਰਹੇਗੀ ਤੇ ਕਿਵੇਂ ਇਹ ਕਿਸੇ ਦੇ ਨਾਲ ਮਿਲੇਗੀ ਨਹੀਂ, ਮਿਕਸ ਨਹੀਂ ਹੋਏਗੀ। ਇਹ ਸਾਰੀ ਗੱਲ ਹੁਣ ਸੋਚਣੀ ਚਾਹੀਦੀ ਹੈ। ਇਨ ਵਿਚਾਰ ਬੋਲੇ ਗੁਰੂ
ਤਟ ਨਦੀ ਵਿਪਾਸਾ। ਇਹ ਵਿਚਾਰ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੋਲੇ। ਸੰਗਤ ਏਦਾਂ ਹੀ ਬੈਠੀ ਸੀ, ਦੀਵਾਨ ਸਜਿਆ ਸੀ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ, ਭਾਈ ਮਹਿਲੋ ਜੀ ਵਰਗੇ ਮਹਾਂਪੁਰਸ਼ ਬੈਠੇ ਸਨ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਬਿਆਸਾ ਨਦੀ ਦੇ ਕੰਢੇ ਤੇ, ਬਿਆਸਾ ਦਰਿਆ ਦੇ ਕੰਢੇ ਤੇ ਨਗਰੀ ਗੋਇੰਦਵਾਲ ਹੈ, ਸ੍ਰੀ ਸਤਿਗੁਰ ਬਾਸਾ। ਸ੍ਰੀ ਗੋਇੰਦਵਾਲ ਸਾਹਿਬ ਗੁਰੂ ਕੀ ਪਵਿੱਤਰ ਨਗਰੀ ਹੈ, ਜਿੱਥੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੈ, ਜਿਨ੍ਹਾਂ ਨੇ ਉੱਥੇ 22 ਸਾਲ ਗੁਜ਼ਾਰੇ ਹਨ। 22 ਸਾਲ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ 'ਚ ਰਹੇ ਹਨ। ਇਸ ਮਹਿ ਮੋਹਨ ਅਗਬਸ ਹੈ, ਬੜ ਮਸਤ ਸੁਭਾਉ। ਹੁਣ ਗੁਰੂ ਅਮਰਦਾਸ ਦਾ ਪੁੱਤਰ ਬਾਬਾ ਮੋਹਨ ਤੇ ਬਾਬਾ ਮੋਹਰੀ, ਇਹ ਦੋ ਪੁੱਤਰ ਸਨ ਗੁਰੂ ਅਮਰਦਾਸ ਦੇ। ਬਾਬਾ ਮੋਹਨ ਜੀ ਵੱਡੇ ਸਨ, ਮੋਹਰੀ ਜੀ ਛੋਟੇ ਸਨ। ਤੇ ਉੱਥੇ ਸਾਡਾ ਮਾਮਾ ਮੋਹਨ ਰਹਿੰਦਾ ਹੈ, ਗੁਰੂ ਅਰਜਨ ਦੇਵ ਜੀ ਦਾ ਮਾਮਾ ਲੱਗਦਾ ਸੀ, ਸੱਕਾ ਮਾਮਾ ਸੀ ਮੋਹਨ। ਬੀਬੀ ਭਾਨੀ ਜਿਹੜੀ ਸੀ ਉਹ ਮੋਹਨ ਤੋਂ ਛੋਟੀ ਸੀ, ਗੁਰੂ ਅਮਰਦਾਸ ਦੀ ਬੇਟੀ। ਮਹਾਰਾਜ ਕਹਿੰਦੇ ਉੱਥੇ ਸਾਡਾ ਮਾਮਾ ਮੋਹਨ ਰਹਿੰਦਾ, ਬੜ ਮਸਤ ਸੁਭਾਉ, ਉਹਦਾ ਸੁਭਾਅ ਬੜਾ ਮਸਤਾਨਾ ਹੈ, ਮਸਤ ਰਹਿੰਦਾ ਹੈ। ਬਾਣੀ ਚਹੁ ਪਾਤਸ਼ਾਹ ਕੀ ਨਸਰ ਇਕ ਥਾਉ। 4 ਗੁਰੂਆਂ ਦੀ ਬਾਣੀ ਉਹਨੇ ਸਾਂਭੀ ਹੋਈ ਹੈ। 4 ਪਾਤਸ਼ਾਹ ਦੀ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਸਾਡੇ ਪਿਤਾ ਜੀ ਦੀ ਬਾਣੀ ਸਾਡੇ ਮਾਮੇ ਨੇ ਆਪਣੇ ਪਹਿਰੇ 'ਚ ਰੱਖੀ ਹੋਈ ਹੈ। ਉਹ ਕਿਸੇ ਨੂੰ ਦਰਸ਼ਨ ਨਹੀਂ ਕਰਾਉਂਦਾ, ਖਜ਼ਾਨਾ ਸਾਂਭ ਕੇ ਬੈਠਾ ਹੈ। ਬੜੋ ਪੁੱਤਰ ਗੁਰ ਅਮਰ ਕੋ ਕਿਸ ਕਾਨ ਨ ਠਾਨੇ। ਤੇ ਗੁਰੂ ਅਮਰਦਾਸ ਦਾ ਉਹ ਵੱਡਾ ਪੁੱਤਰ ਹੈ ਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਅੜਬ ਸੁਭਾਅ ਹੈ, ਕਿਸੇ ਦੀ ਨਹੀਂ ਪਰਵਾਹ। ਮਹਾਰਾਜ ਗੁਰੂ ਅਮਰਦਾਸ ਨੇ ਵੀ ਆਖਿਆ ਪੁੱਤਰ ਰਾਮਦਾਸ ਨੂੰ ਮੱਥਾ ਟੇਕ ਦੇ, ਕਹਿੰਦਾ ਮੈਂ ਨਹੀਂ ਮੱਥਾ ਟੇਕਦਾ ਇਹਨੂੰ। ਇਹ ਸਾਡਾ ਜੀਜਾ, ਸਾਡੀ ਛੋਟੀ ਭੈਣ ਦਾ ਘਰ ਵਾਲਾ, ਰਿਸ਼ਤੇ 'ਚ ਮੇਰੇ ਤੋਂ ਛੋਟਾ, ਮੈਂ ਇਸ ਤੋਂ ਰਿਸ਼ਤੇ 'ਚ ਵੱਡਾ, ਮੈਂ ਇਸ ਤੋਂ ਉਮਰ 'ਚ ਵੀ ਵੱਡਾ, ਮੈਂ ਤੁਹਾਡਾ ਪੁੱਤਰ ਹੈ, ਤੁਹਾਡਾ ਜਵਾਈ, ਮੈਂ ਤੁਹਾਡਾ ਪੁੱਤਰ ਹੋ ਗਏ, ਇਹਨੂੰ ਮੱਥਾ ਕਿਵੇਂ ਟੇਕਾਂ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਚੰਗਾ ਫਿਰ ਤੂੰ ਇਹਨੂੰ ਦਾ ਮੱਥਾ ਨਹੀਂ ਟੇਕਦਾ, ਇਹਦੇ ਪੁੱਤਰ ਅੱਗੇ ਮੱਥਾ ਟੇਕੇਗਾ। ਆਖੋ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਨੂੰ ਸਾਰੀ ਉਮਰ ਬਾਬੇ ਮੋਹਨ ਨੇ ਮੱਥਾ ਨਹੀਂ ਟੇਕਿਆ, ਬਾਣੀ ਉਹਨਾਂ ਦੀ ਰੱਖ ਲਈ ਸਾਂਭ ਕੇ, ਪਰ ਆਪ ਮੈਂ ਵੱਡਾ ਆ, ਮੈਂ ਕਿਵੇਂ ਮੱਥਾ ਟੇਕਾਂ ਇਹਨਾਂ ਨੂੰ। ਇਸੇ ਸੁਭਾਅ 'ਚ ਰਹੇ ਤੇ ਨਾਮ ਅਭਿਆਸੀ ਬੜੇ ਤਗੜੇ, ਸੁਰਤ ਬੜੀ ਉੱਪਰ ਚੜੀ ਹੋਈ, ਪਰ ਗੁਰੂ ਦਾ ਹੁਕਮ ਨਹੀਂ ਮੰਨ ਸਕੇ। ਇਹ ਵੀ ਖੇਡ ਹੈ ਸਾਧ ਸੰਗਤ, ਬੜੀਆਂ ਬਰੀਕੀਆਂ ਨੇ ਇਸ ਰਸਤੇ 'ਚ, ਬੜੀਆਂ ਦਿੱਕਤਾਂ ਹੁੰਦੀਆਂ ਨੇ। ਜੇ ਤੁਰੇ ਤਾਂ ਪਤਾ ਲੱਗਦਾ, ਪਰਮਾਰਥ ਦੇ ਰਸਤੇ 'ਚ ਬੜਾ ਕੁਛ ਹੈ। ਉਹ ਕਹਿੰਦੇ ਮਸਤ ਸੁਭਾਅ ਹੈ ਤੇ ਇੱਕ 4 ਗੁਰੂਆਂ ਦੀ ਬਾਣੀ ਇਕੱਠੀ ਕਰਕੇ ਰੱਖੀ ਬੈਠਾ ਹੈ। ਸਕਲ ਸ਼ਬਦ ਤਿਸ ਪਾਸ ਤੇ ਕੋ ਕਿਸ ਵਿਦ ਆਨੈ। ਸਾਰੇ ਗੁਰੂਆਂ ਦੀ ਬਾਣੀ ਉਹਦੇ ਕੋਲ ਸਾਂਭੀ ਹੋਈ ਹੈ। ਕੋਈ ਜਾ ਕੇ ਲੈ ਕੇ ਆਵੇ ਕਿਸੇ ਤਰੀਕੇ ਨਾਲ ਤਾਂ ਗੱਲ ਬਣ ਸਕਦੀ ਹੈ। ਜੇ ਬਾਬਾ ਮੋਹਨ ਬਾਣੀ ਦੀ ਪੋਥੀਆਂ ਦੇ ਦੇਵੇ, ਉਹ ਪੋਥੀਆਂ ਇੱਥੇ ਆਪਣੇ ਕੋਲ ਅੰਮ੍ਰਿਤਸਰ ਆ ਜਾਣ ਤੇ ਫਿਰ ਆਪਾਂ ਬਾਣੀ ਇਕੱਠੀ ਕਰ ਸਕਦੇ ਹਾਂ। ਹੋ ਪਾਏ ਕਰ ਪਾਏ ਹਮ ਸਗਰੀ ਗੁਰਬਾਣੀ। ਕਿਹੜਾ ਉਪਾਅ ਕਰੀਏ, ਕਿਹੜਾ ਹੀਲਾ ਕਰੀਏ ਕਿ ਸਾਨੂੰ ਸਾਰੀ ਬਾਣੀ ਇਕੱਠੀ ਮਿਲ ਜਾਵੇ। ਪੀੜ ਕਰਹਿ ਪੁਨ ਏਕ ਥਲ ਹਿਤ ਜਗ ਕਲਿਆਣੀ। ਫਿਰ ਗੁਰੂ ਗ੍ਰੰਥ ਸਾਹਿਬ ਦੀ ਇੱਕ ਜਿਲਦ ਤਿਆਰ ਹੋਵੇ, ਇੱਕ ਬੀੜ ਦੇ ਵਿੱਚ ਸਾਰੀ ਬਾਣੀ ਹੋਵੇ, ਸਾਰੇ ਦੁਨੀਆ ਦਾ ਭਲਾ ਹੋਵੇ। ਸਭਾ ਬੀਚ ਬੈਠਿਓ ਤੋ ਭਾਈ ਗੁਰਦਾਸੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਵੇਲੇ ਭਾਈ ਗੁਰਦਾਸ ਜੀ ਸਭਾ 'ਚ ਬੈਠੇ ਹੋਏ ਸਨ। ਏਦਾਂ ਹੀ ਦੀਵਾਨ ਸਜਿਆ ਸੀ। ਭਾਈ ਗੁਰਦਾਸ ਜੀ ਗੁਰੂ ਅਮਰਦਾਸ ਦੇ ਭਤੀਜੇ ਸਨ ਤੇ ਬੀਬੀ ਭਾਨੀ ਤੇ ਬਾਬੇ ਮੋਹਨ ਦੇ ਚਚੇਰੇ ਭਰਾ ਸਨ ਤੇ ਗੁਰੂ ਅਰਜਨ ਦੇਵ ਜੀ ਦੇ ਉਹ ਵੀ ਮਾਮਾ ਜੀ ਲੱਗਦੇ ਸਨ। ਸ਼ਰੀਕਾ ਜੋ ਸੀ ਭੱਲਿਆਂ ਦੇ ਪਰਿਵਾਰ ਵਿੱਚੋਂ, ਤੋ ਉਸ ਵੇਲੇ ਗੁਰੂ ਅਰਜਨ ਦੇਵ ਜੀ ਦੇ ਕੋਲ ਬੈਠੇ ਸਨ। ਸੁਨਤ ਕਹਿਓ ਕਰ ਜੋੜ ਕਰ ਹਾਂ ਪਹੁੰਚੋ ਬਾਸੂ। ਕਹਿੰਦੇ ਭਾਈ ਗੁਰਦਾਸ ਜੀ ਹੱਥ ਜੋੜ ਕੇ ਖੜੇ ਹੋ ਗਏ। ਮਹਾਰਾਜ ਮੈਨੂੰ ਹੁਕਮ ਦਿਓ, ਮੈਂ ਜਾਂਦਾ ਹਾਂ, ਮੈਂ ਲੈ ਕੇ ਆਉਣਾ ਪੋਥੀਆਂ। ਪੋਥੀ ਸਗਰੀ ਆਨ ਹਾਂ ਆ ਇਸ ਨਿਜ ਦੀਜੈ।
ਮੈਨੂੰ ਆਗਿਆ ਦਿਓ ਸੱਚੇ ਪਾਤਸ਼ਾਹ, ਮੈਂ ਸਾਰੀਆਂ ਪੋਥੀਆਂ ਲੈ ਕੇ ਆਉਂਦਾ ਹਾਂ। ਮੋਹਨ ਮਿਲ ਆਵ ਮੋਹਰੀ, ਮੋਹ ਕਹੂੰ ਸਮਝੀਐ। ਮੈਨੂੰ ਇਹ ਸਮਝਾਓ ਵੀ ਬਾਬੇ ਮੋਹਰੀ ਨੂੰ ਮਿਲਣਾ ਕਿ ਬਾਬੇ ਮੋਹਨ ਨੂੰ ਮਿਲਣਾ? ਜਿਵੇਂ ਤੁਸੀਂ ਦੱਸੋਗੇ ਮੈਂ ਜਾ ਕੇ ਪਤਾ ਕਰ ਲਵਾਂਗਾ। ਸ੍ਰੀ ਅਰਜਨ ਸੁਨ ਬਾਪ ਕੋ ਉਰ ਗਰਬਤ ਜਾਨਾ। ਜਦੋਂ ਭਾਈ ਗੁਰਦਾਸ ਨੇ ਬੜੇ ਮਾਣ ਨਾਲ ਕਿਹਾ ਨਾ, ਉਹਨੂੰ ਮਾਣ ਭਲਾ ਕਾਹਦਾ ਸੀਗਾ? ਮਾਣ ਇਹ ਸੀ ਵੀ ਮੇਰੇ ਤਾਏ ਦਾ ਪੁੱਤ ਆ, ਮੈਂ ਭਰਾ ਨੂੰ ਪੋਥੀਆਂ ਨਹੀਂ ਦੇਵੇਗਾ। ਹੰਕਾਰ ਬੜੀ ਬਰੀਕ ਚੀਜ਼ ਹੈ ਸਾਧ ਸੰਗਤ ਜੀ। ਇੱਥੇ ਕਥਾ ਕਰ ਰਿਹਾ ਮੈਂ, ਸੁਣ ਰਿਹਾ ਮੈਂ, ਆ ਗਈ ਨਾ, ਇਹ ਜਾਨ ਨਹੀਂ ਛੱਡਦੀ, ਇਹ ਤਾਂ ਬੜੀ ਦੂਰ ਤੱਕ ਲੈ ਜਾਂਦੀ ਬੰਦੇ ਨੂੰ। ਧਿਆਨ ਵਿੱਚ ਵੀ ਜਿੱਥੇ ਬੰਦਾ ਚੌਥੇ ਪਦ ਵਿੱਚ ਵੀ ਜਾਂਦਾ, ਉੱਥੇ ਵੀ ਮੈਂ ਬੜੀ ਗੁਰੂ ਕਿਰਪਾ ਕਰੇ ਤੇ ਇਹ ਮੈਂ ਦੀ ਮਿਰਚਾਂ ਪੀਸੀਆਂ ਜਾਂਦੀਆਂ ਨੇ, ਇਹਦੇ ਦਾਣੇ ਬੜੇ ਔਖੇ ਨੇ। ਆਖੋ ਸਤਿਨਾਮ। ਉਹ ਕਈ ਵਾਰੀ ਮਿਕਸੀ ਦੇ ਵਿੱਚ ਪੀਸੀਏ ਨਾ ਕੋਈ ਚੀਜ਼ ਤੇ ਕਿ ਨਹੀਂ ਉਹ ਰਗੜੀ ਜਾਂਦੀ, ਤੇ ਉਹ ਫਿਰ ਸਲੋਤਰ ਸੁਨਹਿਰੇ 'ਚ ਰਗੜਨੀ ਪੈਂਦੀ ਹੈ। ਇਹ ਮੈਂ ਜਿਹੜੀ ਇਹ ਸਲੋਤਰ ਸੁਨਹਿਰੇ 'ਚ ਵੀ ਨਹੀਂ ਰਗੜੀ ਜਾਂਦੀ, ਇਹੋ ਜਿਹੀ ਭੈੜੀ ਚੀਜ਼ ਹੈ, ਇੰਨੀ ਬਰੀਕ ਹੈ। ਭਾਈ ਗੁਰਦਾਸ ਜੀ ਐਡੇ ਮਹਾਂਪੁਰਸ਼ ਤੇ ਮੈਂ ਵਿੱਚ ਆ ਕੇ ਕਹਿੰਦੇ ਮੈਂ ਪੋਥੀ ਲੈ ਆਵਾਂਗਾ, ਤੇ ਗੁਰੂ ਅਰਜਨ ਸਾਹਿਬ ਜਾਣਗੇ ਵੀ ਸੂਖਮ ਪੜਦਾ ਹਉਮੈ ਦਾ ਜੇ ਦੂਰ ਨਹੀਂ ਹੋਇਆ। ਬਿਨਾ ਨਾਮ ਇਸਕੇ ਲੈ ਮੈਂ ਲਿਆਉਂ ਬਖਾਨਾ। ਮਹਾਰਾਜ ਕਹਿੰਦੇ ਅਸੀਂ ਇਹਦਾ ਨਾਮ ਹੀ ਨਹੀਂ ਲਿਆ ਜੇ। ਭਾਈ ਗੁਰਦਾਸ ਨੂੰ ਵੀ ਨਹੀਂ ਕਿਹਾ ਵੀ ਤੁਸੀਂ ਜਾਓ, ਆਪੇ ਹੀ ਖੜੇ ਹੋ ਗਏ ਨੇ, ਮੈਂ ਲਿਆਉਂ। ਇਹ ਹਉਮੈ ਹੈ। ਇੱਥੇ ਸਾਧ ਸੰਗਤ ਜੀ ਗੁਰੂ ਘਰ 'ਚ ਬਹੁਤ ਔਖਾ ਕੰਮ ਹੈ। ਇੰਨਾ ਨਹੀਂ ਮੈਂ ਪ੍ਰਧਾਨ ਹਾਂ, ਮੈਂ ਗ੍ਰੰਥੀ ਹਾਂ, ਮੈਂ ਕਥਾਵਾਚਕ ਹਾਂ, ਮੈਂ ਇਹ ਹਾਂ, ਇਹ ਗੱਲਾਂ ਗੁਰੂ ਘਰ ਤੋਂ ਬਾਹਰ ਹੀ ਨੇ। ਇੱਥੇ ਕੋਈ ਨਹੀਂ। ਜੇ ਇੱਥੇ ਕਰ ਰਿਹਾ ਤਾਂ ਸਮਝੋ ਬੰਦਾ ਇੱਥੇ ਆਇਆ ਨਹੀਂ, ਬੰਦਾ ਅਜੇ ਬਾਹਰ ਹੀ ਫਿਰਦਾ, ਸਰੀਰ ਹੀ ਆਇਆ ਉਹਦਾ, ਅਜੇ ਆਪਾਂ ਬਾਹਰ ਹੀ ਫਿਰਦੇ ਹਾਂ। ਬੜੀ ਔਖੀ ਘਾਟੀ ਹੈ। ਮੈਂ ਛੱਡੀ ਨਹੀਂ ਜਾਂਦੀ, ਗੁਰੂ ਮਿਲਦਾ ਨਹੀਂ। ਹਉਮੈ ਨਾਮੈ ਨਾਲ ਵਿਰੋਧ ਹੈ। ਇਹ ਦੋਵਾਂ ਚੀਜ਼ਾਂ ਦਾ ਇੱਕ ਥਾਂ ਤੇ ਮੇਲ ਨਹੀਂ ਹੁੰਦਾ, ਮੈਂ ਦਾ ਤੇ ਤੂੰ ਦਾ। ਨਾਮ ਹੈ ਤੂੰ 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 ਤੂੰ, ਤੇ ਹਉਮੈ ਮੈਂ। ਤੇ ਭਾਈ ਗੁਰਦਾਸ ਜੀ ਕਿਤੇ ਮੈਂ ਵਿੱਚ ਬਚਨ ਕਰ ਬੈਠੇ ਨੇ, ਤੇ ਗੁਰੂ ਅਰਜਨ ਦੇਵ ਜੀ ਜਾਣ ਗਏ ਨੇ। ਜਾਹੁ ਕਹਿਓ ਤਿਸ ਕਾਲ ਮਹਿ ਗੁਰ ਹਿਰਦੈ ਵਿਚਾਰੀ। ਮਹਾਰਾਜ ਕਹਿੰਦੇ ਜਾਓ ਭਾਈ ਗੁਰਦਾਸ ਜੀ ਜਾਓ, ਪਰ ਆਪਣੇ ਮਨ 'ਚ ਗੁਰੂ ਅਰਜਨ ਦੇਵ ਜੀ ਵਿਚਾਰ ਕਰ ਲਿਆ। ਬਾਣੀ ਹਾਥ ਨਾ ਆਏ ਹੈ ਹੋਏ ਨਿਰਹੰਕਾਰੀ। ਮਹਾਰਾਜ ਨੇ ਮੂੰਹ ਤੋਂ ਕਹਿਤਾ ਜਾਓ, ਪਰ ਮਨ 'ਚ ਮਹਾਰਾਜ ਸੋਚਦੇ ਆ ਵੀ ਬਾਣੀ ਤਾਂ ਤੁਹਾਨੂੰ ਮਿਲਦੀ ਕੋਈ ਨਹੀਂ, ਖਾਲੀ ਆਓਗੇ, ਹੰਕਾਰ ਤੁਹਾਡਾ ਦੂਰ ਹੋ ਜਾਏਗਾ। ਜਿਹੜਾ ਮਾਣ ਕੀਤਾ ਨਾ ਵੀ ਮੇਰੇ ਤਾਏ ਦਾ ਪੁੱਤ, ਪੋਥੀਆਂ ਮੈਂ ਲੈ ਆਵਾਂਗਾ, ਇੰਨਾ ਸੌਖਾ ਕੰਮ ਨਹੀਂ ਹੈ। ਹਾਂਜੀ। ਤਬ ਭਾਈ ਹੋਏ ਤਿਆਰ ਕੋ ਮਾਰਗ ਸੋਲੀਨਾ। ਭਾਈ ਗੁਰਦਾਸ ਜੀ ਤਿਆਰ ਹੋਏ ਤੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਤੁਰ ਪਏ। ਦੋਏ ਦਯੋਮ ਗਮਨਯੋ ਗਇਓ ਦੁਖਨ ਮੁਖ ਕੀਨਾ। ਕਹਿੰਦੇ ਦੋ ਦੇ ਉਸ ਗਮਨਤ ਗਇਓ, 2 ਦਿਨ ਲੱਗ ਜਾਂਦੇ ਸੀ, ਪੈਦਲ ਜਾਣਾ ਪੈਂਦਾ ਸੀ। ਉਦੋਂ ਗੋਇੰਦਵਾਲ ਸਾਹਿਬ 2 ਦਿਨਾਂ 'ਚ ਜਾ ਪਹੁੰਚੇ। ਪਹੁੰਚਿਓ ਗੋਇੰਦਵਾਲ ਤਬ ਤਹਿ ਪਿਖੀ ਸੋ ਬਾਪੀ। ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਸ੍ਰੀ ਬੌਲੀ ਸਾਹਿਬ ਦੇ ਦਰਸ਼ਨ ਕੀਤੇ। ਇਹ 84 ਪੌੜੀਆਂ ਦੀ ਬੌਲੀ ਗੁਰੂ ਸਾਹਿਬ ਨੇ ਬਣਵਾਈ, ਗੁਰੂ ਅਮਰਦਾਸ ਜੀ ਨੇ 84 ਕੱਟਣ ਵਾਸਤੇ। ਹਾਂਜੀ। ਮਜਨ ਕਰਕੇ ਸਿਮਰ ਗੁਰ ਪਿਖ ਨਿਰਮਲ ਆਪੀ। ਕਹਿੰਦੇ ਇਸ਼ਨਾਨ ਕੀਤਾ ਤੇ ਘੱਟੋ ਘੱਟ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰਨਾ ਚਾਹੀਦਾ। ਅੰਮ੍ਰਿਤ ਸਰੋਵਰ ਤੇ ਹਰਿਮੰਦਰ ਸਾਹਿਬ ਵੀ ਜਾਓ, ਇਸ਼ਨਾਨ ਕਰਕੇ ਇੱਕ ਪਾਠ ਜਪਜੀ ਸਾਹਿਬ ਦਾ ਇਸ਼ਨਾਨ ਦੇ ਨਾਂ ਦਾ ਕਰੀਦਾ। ਬੌਲੀ ਸਾਹਿਬ ਵੀ ਜੇ ਆਪਾਂ ਇਸ਼ਨਾਨ ਕਰੀਏ ਤੇ ਇੱਕ ਪਾਠ ਘੱਟੋ ਘੱਟ, ਵੈਸੇ ਤਾਂ 84 ਪਾਠ ਕਰਨ ਦੀ ਮਰਜ਼ਾਦਾ ਉੱਥੇ, ਪਰ ਜੇ ਨਹੀਂ ਆਪਣੇ ਕੋਲ ਸਮਾਂ, ਇੱਕ ਵਾਰੀ ਇਸ਼ਨਾਨ ਕੀਤਾ, ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਇੱਕ ਜ਼ਰੂਰ ਕਰਨਾ ਚਾਹੀਦਾ। ਭਾਈ ਗੁਰਦਾਸ ਜੀ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਪੁਨਹ ਚੁਬਾਰੇ ਚੱਲ ਗਇਓ ਜਹ ਧਿਰੇ ਕਿਵਾਰਾ। ਫਿਰ ਚੁਬਾਰਾ ਸਾਹਿਬ ਗਏ ਨੇ, ਜਿੱਥੇ ਚੁਬਾਰਾ ਸਾਹਿਬ ਦਾ ਦਰਵਾਜ਼ਾ ਬੰਦ ਨਜ਼ਰ ਆਇਆ ਹੈ। ਲਗ ਸਮਾਦ ਆਸਨ ਕਰੇ ਨਹਿ ਦੇ ਸੰਭਾਰਾ। ਬਾਬਾ ਮੋਹਣ ਜੀ ਅੰਦਰ ਬੈਠੇ ਨੇ, ਸਮਾਧੀ ਲੱਗੀ ਹੋਈ ਹੈ, ਤੇ ਆਪਣੇ ਸਰੀਰ ਦੀ ਉਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਹੈ। ਇਹ ਗੱਲਾਂ ਸਾਡੀ ਪਹੁੰਚ ਤੋਂ ਪਰੇ ਨੇ, ਪਰ ਅਭਿਆਸੀ ਬੰਦਿਆਂ ਨੂੰ, ਜਿਹੜੇ ਨਾਮ ਜਪਣ ਵਾਲੇ ਬ੍ਰਹਮ ਗਿਆਨੀ ਤਤ ਬੇਤੇ ਨੇ, ਉਹਨਾਂ ਨੂੰ ਅਨੁਭਵ ਹੈ
ਕਿ ਐਸੀ ਅਵਸਥਾ ਆ ਜਾਂਦੀ ਹੈ ਵੀ ਸਰੀਰ ਦਾ ਪਤਾ ਹੀ ਨਹੀਂ ਹੁੰਦਾ ਕਿ ਮੈਂ ਹਾਂ। ਸਰੀਰ ਦੀ ਸੁੱਧ ਬੁੱਧ ਖਤਮ ਹੋ ਜਾਂਦੀ ਹੈ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਤੀਸਰੇ ਪਾਤਸ਼ਾਹ ਨੇ ਬਚਨ ਕਹੇ ਨੇ, ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਤਿੱਥੈ ਊਂਗ ਨਾ ਭੁੱਖ ਹੈ। ਊਂਗ ਮੈਨੇ ਨੀਂਦ, ਨਾ ਉੱਥੇ ਨੀਂਦ ਆਉਂਦੀ ਨਾ ਭੁੱਖ ਲੱਗਦੀ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ। ਜਿੱਥੇ ਆਤਮ ਰਾਮ ਪ੍ਰਗਾਸ਼, ਉਹ ਆਤਮਾ ਦਾ ਪ੍ਰਕਾਸ਼ ਹੋ ਜਾਂਦਾ ਜਦੋਂ, ਉਦੋਂ ਫਿਰ ਦੁੱਖ ਭੁੱਖ ਨੀਂਦ ਪਿਆਸ ਬਿਮਾਰੀ ਇਹ ਕੁਛ ਨਹੀਂ ਰਹਿ ਜਾਂਦਾ। ਭਾਈ ਮੋਹਣ ਜੀ, ਬਾਬਾ ਮੋਹਣ ਜੀ ਐਸੀ ਅਵਸਥਾ 'ਚ ਬੈਠੇ ਨੇ, ਗੁਰੂ ਅਮਰਦਾਸ ਦੇ ਬੇਟੇ। ਹਾਂਜੀ, ਜਾਮ ਦਿਵਸ ਕੇ ਰਹੇ ਤੇ ਪਹੁੰਚਿਓ ਤਹ ਭਾਈ। ਭਾਈ ਗੁਰਦਾਸ ਜੀ ਸ਼ਾਮ ਦੇ 4 ਵਜੇ ਗੋਇੰਦਵਾਲ ਸਾਹਿਬ ਪਹੁੰਚ ਗਏ ਤੇ ਇੱਕ ਪਹਿਰ ਦਿਨ ਰਹਿੰਦਾ ਸੀ ਜਦੋਂ ਚੁਬਾਰਾ ਸਾਹਿਬ ਦੇ ਦਰਵਾਜ਼ੇ ਤੇ ਜਾ ਪਹੁੰਚੇ। ਬਹੁ ਪ੍ਰਕਾਰ ਕੀ ਬੇਨਤੀ ਕਰ ਊਚ ਸੁਨਾਈ। ਦਰਵਾਜ਼ੇ ਤੇ ਖੜ ਕੇ ਆਵਾਜ਼ਾਂ ਮਾਰਨ ਲੱਗੇ, ਬਾਬਾ ਜੀ, ਬਾਬਾ ਮੋਹਣ ਜੀ, ਮੈਂ ਤੁਹਾਡਾ ਭਾਈ ਆਇਆ, ਛੋਟਾ ਭਾਈ ਤੁਹਾਡਾ। ਮਹਾਰਾਜ, ਮੈਨੂੰ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਹੈ। ਸੁਧਾ ਸਰੋਵਰ ਨਗਰ ਤੇ ਮੈਂ ਚੱਲ ਕਰ ਆਇਓ। ਭਾਈ ਸਾਹਿਬ, ਮੈਂ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਹਾਂ। ਸ੍ਰੀ ਅਰਜਨ ਕਿਸ ਕਾਜ ਕੋ ਤੁਮ ਨਿਕਟ ਪਠਾਇਓ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਕਿਸੇ ਕੰਮ ਲਈ, ਜ਼ਰੂਰੀ ਕੰਮ ਲਈ ਤੁਹਾਡੇ ਕੋਲ ਭੇਜਿਆ ਹੈ। ਦਰਸ਼ਨ ਮੋਕੋ ਦੀਜੀਏ ਉਗਰਾਏ ਕਿਵਾਰੋ। ਦਰਵਾਜ਼ਾ ਖੋਲੋ ਵੀਰ ਜੀ, ਮੈਨੂੰ ਦਰਸ਼ਨ ਦਿਓ, ਮੈਂ ਦਰਸ਼ਨ ਕਰਨ ਲਈ ਆਇਆ ਹਾਂ। ਭੂਖਨ ਕੁਲ ਸ੍ਰੀ ਅਮਰ ਕੇ ਗੁਣ ਗਿਆਨ ਉਧਾਰੋ। ਹੇ ਗੁਰੂ ਅਮਰਦਾਸ ਦੀ ਕੁਲ ਦੇ ਭੂਸ਼ਣ ਸਤਿਗੁਰੂ ਜੀ ਤੇ ਪੁੱਤਰ, ਤੁਸੀਂ ਗਿਆਨ ਵਿੱਚ ਵੀ ਵੱਡੇ ਹੋ, ਗੁਣਾਂ ਵਿੱਚ ਵੀ ਵੱਡੇ ਹੋ। ਗੁਰ ਨੰਦਨ ਬੰਦਨ ਉਚਿਤ ਬੰਦਨ ਦੁਖ ਦੋਸ਼ਾ। ਗੁਰੂ ਦੇ ਪੁੱਤਰ ਜਿਹੜੇ ਤੁਸੀਂ ਮੱਥਾ ਟੇਕਣ ਯੋਗ ਹੋ, ਦੋਸ਼ਾਂ ਨੂੰ ਕੱਟਣ ਵਾਲੇ ਹੋ। ਦਰਸ਼ਨ ਤੇ ਅਗ ਕਟਕ ਹੈ ਸਭ ਦਾਸ ਭਰੋਸਾ। ਔਰ ਤੁਹਾਡੇ ਦਰਸ਼ਨਾਂ ਨਾਲ ਹੀ ਪਾਪ ਕੱਟੇ ਜਾਂਦੇ ਹਨ। ਨਖ ਹਸਤਾਮਲ ਆਤਮਾ ਦ੍ਰਿੜ ਗਿਆਨ ਸਦੀਵਾ। ਜਿਵੇਂ ਹੱਥ ਤੇ ਧਰਿਆ ਔਲਾ, ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਇਵੇਂ ਤੁਹਾਨੂੰ ਆਤਮਾ ਪ੍ਰਤੱਖ ਹੋ ਚੁੱਕੀ ਹੈ। ਹਰ ਵੇਲੇ ਤੁਸੀਂ ਆਤਮਾ ਦੇ ਦਰਸ਼ਨ ਕਰਦੇ ਹੋ। ਰਹਿ ਜੋਗ ਆਰੂੜ ਬ੍ਰਿਤ ਇੱਕ ਰਸ ਨਿਤ ਥੀਵਾ। ਤੁਹਾਡੀ ਬਿਰਤੀ ਜੋਗ ਅੜੂੜ ਰਹਿੰਦੀ, ਹਰ ਵੇਲੇ ਬ੍ਰਹਮ ਵਿੱਚ ਲੀਨ ਰਹਿੰਦੇ ਹੋ। ਦਰਸ਼ਨ ਦਿਓ ਅਰਜਨ ਸੁਨੋ ਸ੍ਰੀ ਅਰਜਨ ਕਾਮੂ। ਦਰਸ਼ਨ ਦਿਓ ਅਰਜਨ ਸੁਣੋ, ਅਰਜਾਂ ਸੁਣੋ, ਬੇਨਤੀਆਂ ਸੁਣੋ। ਗੁਰੂ ਅਰਜਨ ਦੇਵ ਜੀ ਦਾ ਕੋਈ ਜ਼ਰੂਰੀ ਕੰਮ ਹੈ, ਮੈਂ ਉਹ ਲੈ ਕੇ ਆਇਆ ਤੁਹਾਡੇ ਕੋਲ। ਅਰਜਨ ਜਸ ਵਿਸਤ੍ਰਿਤ ਜੋ ਗੁਣ ਗਨ ਕੋ ਧਾਮੂ। ਗੁਰੂ ਅਰਜਨ ਦੇਵ ਦਾ ਦੁੱਧ ਚਿੱਟਾ ਜਸ ਸਾਰੀ ਦੁਨੀਆ 'ਚ ਪ੍ਰਗਟ ਹੋਇਆ, ਪਸਰਿਆ ਹੋਇਆ ਹੈ। ਇਸ ਪ੍ਰਕਾਰ ਸਭ ਜਾਣੀ ਬਿਨਤੀ ਬਹੁਠਾਨੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। 5 ਮਿੰਟ ਆਪਾਂ ਲਾ ਕੇ ਸਮਾਪਤੀ ਕਰੀਏ। ਥੋੜਾ ਜਿਹਾ ਧਿਆਨ ਦਿਓ ਸਾਧ ਸੰਗਤ ਜੀ, ਕਿਉਂਕਿ ਸਮਾਂ ਹੋ ਚੁੱਕਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਭੇਜਿਆ ਹੋਇਆ ਮੈਂ ਭਾਈ ਗੁਰਦਾਸ ਤੁਹਾਨੂੰ ਮਿਲਣ ਆਇਆ ਹਾਂ ਤੇ ਕੋਈ ਜ਼ਰੂਰੀ ਬੇਨਤੀ ਕਰਨੀ ਹੈ। ਆਪ ਕਿਰਪਾ ਕਰੋ, ਬੂਹਾ ਖੋਲੋ। ਇਹ ਭਾਈ ਗੁਰਦਾਸ ਜੀ ਸਾਰੀ ਰਾਤ ਬੇਨਤੀ ਕਰਦੇ ਰਹੇ। ਸ਼ਾਮ 5 ਵਜੇ ਤੇ ਖੜੇ ਨੇ, ਹਨੇਰਾ ਪੈ ਗਿਆ, ਰਾਤ ਲੰਘ ਗਈ, ਸਵੇਰ ਹੋ ਗਈ। ਸਾਰੀ ਰਾਤ ਭਾਈ ਗੁਰਦਾਸ ਜੀ ਬੂਹੇ ਤੇ ਖੜੇ ਆਵਾਜ਼ਾਂ ਹੀ ਦਿੰਦੇ ਰਹੇ। ਅੰਦਰੋਂ ਕੋਈ ਆਵਾਜ਼ ਨਹੀਂ ਆਈ। ਅੰਦਰੋਂ ਭਾਈ ਮੋਹਣ ਨੇ ਕੋਈ ਕੁਸਕੇ ਵੀ ਨਹੀਂ ਤੇ ਬਾਬਾ ਭਾਈ ਗੁਰਦਾਸ ਜੀ ਵਾਪਸ ਚਲੇ ਗਏ। ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਮਿਲੇ। ਮਹਾਰਾਜ ਮੁਸਕਰਾ ਕੇ ਬੋਲੇ, ਸੁਣਾਓ ਭਾਈ ਸਾਹਿਬ, ਪੋਥੀਆਂ ਮਿਲ ਗਈਆਂ, ਲੈ ਆਏ? ਕਹਿੰਦੇ ਮਹਾਰਾਜ ਪੋਥੀਆਂ ਦਾ ਬੜੀ ਦੂਰ ਦੀ ਗੱਲ ਹੈ, ਉਹਨਾਂ ਨੇ ਤਾਂ ਬੂਹਾ ਵੀ ਨਹੀਂ ਖੋਲ੍ਹਿਆ। ਫਿਰ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਭੇਜਦੇ ਹੈ। ਬਾਬਾ ਬੁੱਢਾ ਸਾਹਿਬ ਜੀ ਵੀ ਦਰਵਾਜ਼ਾ ਤੋੜ ਕੇ ਅੰਦਰ ਵੜ ਗਏ। ਉਹ ਝਟਕਾ ਸੁਭਾਅ ਰੱਖਦੇ ਸੀਗੇ, ਉਹਨਾਂ ਨੇ ਮਾਰਿਆ ਝਟਕਾ, ਉਹ ਬੂਹਾ ਹੀ ਪੱਟ ਲਿਆ। ਬੂਹਾ ਪੱਟ ਕੇ ਅੰਦਰ ਵੜੇ ਜਾ ਕੇ
ਤੇ ਬਾਬੇ ਮੋਹਣ ਦੀ ਬਿਰਤੀ ਨੂੰ ਉਤਾਰਨ ਵਾਸਤੇ ਮੱਥੇ ਦੀਆਂ ਪੁੜਪੜੀਆਂ, ਪੈਰ ਦੀਆਂ ਤਲੀਆਂ, ਹੱਥਾਂ ਦੀਆਂ ਤਲੀਆਂ ਝਸਣੀਆਂ ਸ਼ੁਰੂ ਕਰ ਦਿੱਤੀਆਂ ਵੀ ਇਹਨਾਂ ਦੀ ਬਿਰਤੀ ਥੱਲੇ ਸਰੀਰ ਵਿੱਚ ਆ ਜਾਵੇ। ਜਦੋਂ ਨਹੀਂ ਆਏ, ਬਾਬੇ ਮੋਹਰੀ ਨੇ ਆਖਿਆ, ਬਾਬਾ ਬੁੱਢਾ ਜੀ ਇਹਨਾਂ ਨੇ ਨਹੀਂ ਪਰਤਣਾ, ਇਹ ਤਾਂ ਕਈ ਮਹੀਨੇ ਇਵੇਂ ਹੀ ਬੈਠੇ ਰਹਿੰਦੇ ਆ। ਤੇ ਜਦੋਂ ਹਫ਼ਤੇ 15 ਦਿਨ ਹੀ ਸੁਰਤ ਆਉਂਦੀ ਹੈ ਤੇ ਦਰਵਾਜ਼ਾ ਖੋਲ੍ਹ ਕੇ ਤੇ ਦਰਿਆ ਬਿਆਸਾ ਵੱਲ ਸਿੱਧੇ ਹੀ ਤੁਰੇ ਜਾਂਦੇ। ਕੋਈ ਕੱਪੜਾ ਨਹੀਂ ਪਹਿਨਦੇ ਸਿਰ ਤੇ, ਪਿੰਡੇ 'ਤੇ ਨਗਨ ਰਹਿੰਦੇ ਸਨ। ਸਿਰ ਦੇ ਕੇਸ ਵੀ ਜਿਹੜੇ ਸਨ ਖਿਦਰੇ ਜਿਹੇ ਰਹਿੰਦੇ ਸਨ। ਤੇ ਕਹਿੰਦੇ ਇਹਨਾਂ ਨੇ ਕਿੱਥੇ ਤੁਹਾਡੇ ਨਾਲ ਗੱਲ ਕਰਨੀ ਹੈ, ਇਹ ਤਾਂ ਹਰ ਵੇਲੇ ਬ੍ਰਹਮ ਦੇ ਵਿੱਚ ਲੀਨ ਰਹਿੰਦੇ ਹਨ, ਪਰਮੇਸ਼ਰ ਵਿੱਚ ਹੀ ਧਿਆਨ ਰਹਿੰਦਾ ਹੈ। ਫਿਰ ਬਾਬਾ ਬੁੱਢਾ ਜੀ ਵੀ ਵਾਪਸ ਚਲੇ ਗਏ ਤੇ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਦੱਸਿਆ ਵੀ ਮੈਂ ਦਰਵਾਜ਼ਾ ਤੋੜ ਕੇ ਅੰਦਰ ਤੇ ਵੜ ਗਿਆ ਸੀ, ਪਰ ਭਾਈ ਬਾਬੇ ਮੋਹਣ ਦੀ ਮੈਂ ਸਮਾਧੀ ਨਹੀਂ ਖੋਲ੍ਹ ਸਕਿਆ। ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਸਾਰੀ ਸੰਗਤ ਚਲੋ ਭਾਈ, ਕੀਰਤਨ ਕਰਦੇ, ਪੋਥੀਆਂ ਲੈਣ ਚੱਲਣਾ। ਫਿਰ ਅੰਮ੍ਰਿਤਸਰ ਤੋਂ ਸੰਗਤਾਂ ਕੀਰਤਨ ਕਰਦੀਆਂ ਨੰਗੇ ਪੈਰੀ ਚੱਲ ਕੇ ਪਾਲਕੀ, ਚਾਂਦੀ ਦੀ ਪਾਲਕੀ ਲੈ ਕੇ ਆਏ। ਉਹਦੇ ਵਿੱਚ ਕਿਵੇਂ ਪੋਥੀਆਂ ਮਿਲੀਆਂ, ਕਿਵੇਂ ਲਿਆਂਦੀਆਂ, ਇਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਾਧ ਸੰਗਤ ਜੀ ਜਿਹੜੇ ਦੀਵਾਨ ਲੱਗਣੇ ਨੇ ਉੱਥੇ ਸੰਗਤਾਂ ਨਾਲ ਸਾਂਝ ਪਾਵਾਂਗੇ। ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਜੋ ਉਪਕਾਰ ਕੀਤਾ, ਇਹ ਕਿਵੇਂ ਸਟੈਪ ਬਾਈ ਸਟੈਪ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਗਈ, ਕਿਵੇਂ ਇਹਦੀ ਜਿਲਦਬੰਦੀ ਹੋਈ, ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੋਇਆ, ਕਿਵੇਂ ਬਾਬਾ ਬੁੱਢਾ ਸਾਹਿਬ ਜੀ ਹੈਡ ਗ੍ਰੰਥੀ ਬਣਾਏ ਗਏ। ਇਹ ਇਤਿਹਾਸ ਸਾਨੂੰ, ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ। ਇਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਇਤਿਹਾਸ ਹੈ। ਆਪ ਜੀ ਨਾਲ ਸਾਂਝਾ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ